ਵਾਹਿਗੁਰੂ। ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਤ ਸੰਗਤ ਦੀ ਸਾਨੂੰ ਘੜੀ ਬਖਸ਼ੀ। ਅੱਜ ਕੈਲੰਡਰ ਮੁਤਾਬਕ ਇਤਿਹਾਸਕ ਦਿਹਾੜਾ ਆ ਜਿਸ ਨੂੰ ਸੰਪੂਰਨਤਾ ਦਿਵਸ ਕਿਹਾ ਹੋਇਆ ਹੈ। ਜੋ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ, ਉਹ ਅੱਜ ਦੇ ਦਿਨ ਮਨਾਇਆ ਜਾਂਦਾ। ਅਤੇ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸੰਪੂਰਨਤਾ ਦਿਵਸ ਉਹ ਦਿਨ ਆ ਮਨਾਇਆ ਜਾਂਦਾ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਪੂਰਨ ਕੀਤਾ, ਦਮਦਮਾ ਸਾਹਿਬ, ਜਿਸ ਸਰੂਪ ਨੂੰ ਦਮਦਮੀ ਬੀੜ ਵੀ ਕਿਹਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ, ਦਸਵੇਂ ਪਾਤਸ਼ਾਹ ਨੇ, ਜੰਗਾਂ ਯੁੱਧਾਂ ਤੋਂ ਬਾਅਦ ਦਮਦਮਾ ਸਾਹਿਬ ਜਦੋਂ ਵਿਸ਼ਰਾਮ ਕੀਤਾ ਅਤੇ ਮਹਾਰਾਜ ਜਦੋਂ ਦਮਦਮਾ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਵਿਚਾਰ ਕੀਤੀ ਗੁਰਸਿੱਖਾਂ ਨਾਲ ਕਿ ਜੋ ਪੋਥੀ ਪਰਮੇਸ਼ਰ ਕਾ ਥਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰੀ ਬੀੜ ਤਿਆਰ ਕੀਤੀ, ਕਰਤਾਰਪੁਰੀ ਬੀੜ ਗੁਰਸਿੱਖ ਲਿਆਉਣ ਅਤੇ ਗੁਰਬਾਣੀ ਦੀ ਵਿਚਾਰ ਕੀਤੀ ਜਾਵੇ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਸਿੱਖਾਂ ਨੂੰ ਭੇਜਿਆ ਸੀ ਕਿ ਕਰਤਾਰਪੁਰੀ ਬੀੜ ਲਿਆਇਓ। ਅਤੇ ਜਦੋਂ ਉੱਥੇ ਧੀਰਮਲੀਆਂ ਕੋਲ ਗਏ ਗੁਰਸਿੱਖ, ਅਤੇ ਜਿਹੜੇ ਧੀਰਮਲੀਏ ਸਨ ਉਹਨਾਂ ਨੇ ਗੁਰਸਿੱਖਾਂ ਨੂੰ ਇਨਕਾਰ ਕਰ ਦਿੱਤਾ ਕਿ ਅਸੀਂ ਬੀੜ ਨਹੀਂ ਦੇਣੀ। ਅਤੇ ਨਾਲ ਉਹਨਾਂ ਨੇ ਤਾਨਾ ਮਾਰਿਆ ਕਿ ਦਸਵੇਂ ਪਾਤਸ਼ਾਹ ਜੇ ਸਤਿਗੁਰੂ ਆ ਤਾਂ ਆਪ ਹੀ ਲਿਖ ਲੈਣ। ਗੁਰਸਿੱਖ ਫਿਰ ਵਾਪਸ ਗਏ ਗੁਰੂ ਗੋਬਿੰਦ ਸਿੰਘ ਜੀ ਪਾਸ ਦਮਦਮਾ ਸਾਹਿਬ, ਅਤੇ ਉਹਨਾਂ ਨੇ ਦੱਸਿਆ ਜੋ ਧੀਰਮਲੀਏ ਸਨ ਉਹਨਾਂ ਨੇ ਬੀੜ ਨਹੀਂ ਦਿੱਤੀ ਅਤੇ ਉਹਨਾਂ ਨੇ ਇਸ ਦਾ ਤਾਨਾ ਮਾਰਿਆ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਕਿ ਉਹਨਾਂ ਨੇ ਇੱਕ ਟੈਂਟ ਸੈੱਟ ਕਰਕੇ, ਤੰਬੂ ਤਾਣ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਨੂੰ ਵਿੱਚ ਬਿਠਾਇਆ। ਹੁਣ ਦਸਵੇਂ ਪਾਤਸ਼ਾਹ ਨੇ ਕਰਤਾਰਪੁਰੀ ਬੀੜ ਦੇ ਪਹਿਲਾਂ ਦਰਸ਼ਨ ਤਾਂ ਕੀਤੇ ਨਹੀਂ ਸਨ, ਅਤੇ ਇਤਿਹਾਸਕਾਰ ਇਸ ਗੱਲ ਤੋਂ ਵਾਂਝੇ ਰਹਿ ਜਾਂਦੇ ਆ ਜਿਨ੍ਹਾਂ ਨੇ ਪ੍ਰੈਕਟੀਕਲ ਨਹੀਂ ਕੀਤਾ ਕਿ ਕਿਵੇਂ ਮਹਾਰਾਜ ਨੇ ਬਾਣੀ ਫਿਰ ਇਕੱਤਰ ਕੀਤੀ। ਇਤਿਹਾਸਕਾਰ ਕੋਈ ਥਿਊਰੀ ਬਣਾ ਲੈਂਦਾ, ਕੋਈ ਕਿਸੇ ਥਿਊਰੀ ਦੇ ਪਿੱਛੇ ਲੱਗ ਕੇ ਲਿਖਣ ਲੱਗ ਪੈਂਦਾ। ਪਰ ਮਹਾਰਾਜ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੋਈ ਆ ਪ੍ਰੈਕਟੀਕਲ ਦੀ, ਨਾਮ ਸਿਮਰਨ ਅਭਿਆਸ ਦੀ, ਸਤਿਗੁਰੂ ਸੰਪੂਰਨ ਕਲਾ ਅਵਤਾਰ ਨੇ, ਉਹ ਜੋ ਮਰਜ਼ੀ ਚਾਹੁੰਦੇ ਕਰ ਸਕਦੇ ਆ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਬਿਠਾ ਕੇ, ਬਾਬਾ ਦੀਪ ਸਿੰਘ ਜੀ ਨੂੰ ਬਿਠਾ ਕੇ ਨਾਲ ਉਹਨਾਂ ਦੀ ਅਗਵਾਈ ਕਰਕੇ ਸੁੰਨ ਵਿੱਚ ਲਿਜਾ ਕੇ ਬਾਣੀ ਇਕੱਤਰ ਕਰਾਈ। ਜਿਸ ਪੁਆਇੰਟ 'ਤੇ ਭਗਤਾਂ ਨੇ, ਗੁਰਮੁਖਾਂ ਨੇ, ਗੁਰੂ ਸਾਹਿਬਾਨਾਂ ਨੇ ਬਾਣੀ ਲਿਖੀ, ਉਸ ਵੱਖ ਵੱਖ ਪੁਆਇੰਟ 'ਤੇ ਲੈ ਜਾ ਕੇ ਮਹਾਰਾਜ ਨੇ ਬਾਣੀ ਲਿਖਵਾਈ। ਅਤੇ ਜਿਉਂ ਜਿਉਂ ਮਹਾਰਾਜ ਨੇ ਅਗਵਾਈ ਕੀਤੀ ਗੁਰਮੁਖ ਲਿਖਦੇ ਗਏ। ਇਸ ਤਰੀਕੇ ਦੇ ਨਾਲ ਫਿਰ ਮਹਾਰਾਜ ਨੇ ਆਪਣੇ ਦਸਤਖਤ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਮਦਮੀ ਬੀੜ ਉਸ ਨੂੰ ਸੰਪੂਰਨ ਕੀਤਾ। ਇਹ ਹੁਣ ਪ੍ਰੈਕਟੀਕਲ ਤੌਰ 'ਤੇ ਜਿਹੜੇ ਗੁਰਮੁਖਾਂ ਨੇ ਐਸਾ ਅਵਸਥਾ ਬਣਾਈ ਹੋਵੇ, ਜਿਨ੍ਹਾਂ ਨੇ ਸੱਚ ਵਿੱਚ ਆਪਣਾ ਮਨ ਅਭੇਦ ਕੀਤਾ ਹੋਵੇ, ਉਹ ਐਸਾ ਕਰ ਸਕਦੇ ਆ। ਤਾਂ ਹੀ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਉਹਨਾਂ ਨੇ ਉਹ ਪ੍ਰੈਕਟੀਕਲ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਅਗਵਾਈ ਕੀਤੀ। ਗੁਰਮੁਖਾਂ ਦੀ ਐਸੀ ਅਵਸਥਾ ਹੁੰਦੀ ਆ ਕਿ ਉਹ ਅੰਦਰੋਂ ਖੋਜ ਕਰ ਲੈਂਦੇ ਆ। ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਹੋਇਆ ਕਿ ਜੇ ਅਸੀਂ ਦਸਵੇਂ ਦੁਆਰ ਦੇ ਵਿੱਚ ਰਹਿਤ ਕਰ ਲਈਏ, ਸਾਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਜਿਹਨੂੰ ਮਹਾਰਾਜ ਫਰਮਾਉਂਦੇ ਨੇ, ਦਸਵੇਂ ਦੁਆਰ ਰਹਿਤ ਕਰੇ ਤੇਰੇ ਭਵਨ ਸੋਝੀ ਪਾਏ। ਜੋ ਅਸੀਂ ਬੋਲਦੇ ਹਾਂ
ਜੋ ਅਸੀਂ ਦੇਖਦੇ ਹਾਂ ਸਾਰਾ ਸੁਣ ਵਿੱਚ ਸਟੋਰ ਕੀਤਾ ਜਾਂਦਾ ਆ। ਜਿਹੜੇ ਸਾਡੇ ਬਚਨ ਹੁੰਦੇ ਆ, ਜੇਕਰ ਅਸੀਂ ਤ੍ਰੈਗੁਣਾਂ ਦੇ ਵਿੱਚ ਵੀ ਬੋਲਦੇ ਹਾਂ, ਇਹ ਵੀ ਸੁਣ ਵਿੱਚ ਸਟੋਰ ਹੋ ਰਿਹਾ ਆ। ਗੁਰਬਾਣੀ ਹੁੰਦੀ ਚੌਥੇ ਪਦ ਦੀ। ਜਿਹੜੇ ਗੁਰਮੁਖ ਜਨ, ਭਗਤ ਜਨ, ਸਾਡੇ ਗੁਰੂ ਸਾਹਿਬਾਨ, ਉਹਨਾਂ ਨੇ ਜਦੋਂ ਗੁਰਬਾਣੀ ਉਚਾਰਨ ਕੀਤੀ, ਉਹਨਾਂ ਨੇ ਨਾਮ ਵਿੱਚ, ਨਾਦ ਵਿੱਚ ਸਮਾ ਕੇ ਪ੍ਰਮਾਤਮਾ ਦੇ ਸਨਮੁਖ ਹੋਏ। ਉਹ ਜੋ ਬਚਨ ਹਨ, ਉਹ ਗੁਰਬਾਣੀ ਦਾ ਰੂਪ ਇਸ ਸੰਸਾਰ ਵਿੱਚ ਧਾਰਨ ਕੀਤਾ, ਜਿਹਨੂੰ ਮਹਾਰਾਜ ਕਹਿੰਦੇ ਆ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ। ਕਿ ਗੁਰਮੁਖ ਜਨ ਉਹ ਹਮੇਸ਼ਾ ਹੀ ਨਾਦ ਵਿੱਚ ਸਮਾਏ ਰਹਿੰਦੇ ਆ। ਨਾਦ ਰਾਹੀਂ ਸੱਚ ਦੇ ਸਨਮੁਖ ਹੁੰਦੇ ਆ ਪ੍ਰਮਾਤਮਾ ਦੇ। ਉਹਨਾਂ ਦੇ ਬਚਨ ਵੇਦ ਦਾ ਅਰਥਾਤ ਚੌਥੇ ਪਦ ਦਾ ਗਿਆਨ ਦਾ ਰੂਪ ਧਾਰਨ ਕੀਤਾ ਜਾਂਦਾ ਇਸ ਸੰਸਾਰ ਵਿੱਚ। ਹੁਣ ਜਿਨ੍ਹਾਂ ਗੁਰਮੁਖਾਂ ਨੇ ਅੰਤਰਗਤ ਗੁਰਬਾਣੀ ਸੁਣਨੀ ਆ, ਉਹਨਾਂ ਨੂੰ ਵੀ ਉਸ ਅਵਸਥਾ 'ਤੇ ਫਿਰ ਜਾਣਾ ਪੈਂਦਾ ਆ। ਨਾਦ ਵਿੱਚ ਸਮਾ ਕੇ ਸੱਚ ਵਿੱਚ ਲੀਨ ਹੁੰਦੇ ਆ ਉਹਨਾਂ ਦੇ ਮਨ। ਉਹ ਜੋ ਮਰਜ਼ੀ ਖੋਜ ਕਰਨੀ ਚਾਹੁੰਦੇ, ਜੋ ਸੁਣਨਾ ਚਾਹੁੰਦੇ ਆ ਬਚਨ ਭਗਤਾਂ ਦੇ, ਗੁਰੂ ਸਾਹਿਬਾਨਾਂ ਦੇ, ਉਹ ਸੁਣ ਸਕਦੇ ਆ। ਜਿਹੜਾ ਅਸੀਂ ਤ੍ਰੈਗੁਣਾਂ ਦੇ ਵਿੱਚ ਵੀ ਬੋਲਦੇ ਹਾਂ, ਭਾਵੇਂ ਸਤੋਗੁਣ 'ਤੇ ਹੋਵੇ, ਰਜੋਗੁਣ 'ਤੇ ਹੋਵੇ, ਤਮੋਗੁਣ 'ਤੇ ਹੋਵੇ, ਇਹ ਭਾਵੇਂ ਸਤੋਗੁਣ ਕੋਈ ਸੇਵਾ ਭਾਵਨਾ ਜਾਂ ਕੋਈ ਐਸੀ ਗੱਲ ਕਰਦੇ ਹਾਂ ਜਿਹੜੀ ਸਤੋਗੁਣੀ ਆ, ਜੇ ਰਜੋਗੁਣੀ ਆਰਥਿਕ ਤੌਰ 'ਤੇ ਅਸੀਂ ਕੋਈ ਬਚਨ ਕਰਦੇ ਹਾਂ, ਜਾਂ ਤਮੋਗੁਣ 'ਤੇ ਜੇ ਅਸੀਂ ਕਾਮ ਕ੍ਰੋਧ ਹੰਕਾਰ ਦੇ ਅਧੀਨ ਹੋ ਕੇ ਕੋਈ ਬਚਨ ਕਰਦੇ ਹਾਂ, ਇਹ ਸਾਰਾ ਅਸਲ ਵਿੱਚ ਸੁਣ ਵਿੱਚ ਸਟੋਰ ਹੁੰਦਾ ਹੈ। ਤਾਂ ਹੀ ਜਦੋਂ ਦਰਗਾਹ ਦੇ ਵਿੱਚ ਸਾਡਾ ਹਿਸਾਬ ਕਿਤਾਬ ਹੋਣਾ ਆ, ਜੇਕਰ ਅਸੀਂ ਨਾਮ ਵਿੱਚ ਸਮਾ ਕੇ ਸੱਚ ਨੂੰ ਨਹੀਂ ਮਿਲਦੇ, ਸਾਨੂੰ ਜਮਦੂਤ ਲਿਜਾਂਦੇ ਨੇ ਧਰਮ ਰਾਏ ਦੀ ਕਚਹਿਰੀ ਦੇ ਵਿੱਚ। ਉੱਥੇ ਜੋ ਅਸੀਂ ਕਰਮ ਕੀਤੇ ਆ, ਜੋ ਅਸੀਂ ਬਚਨ ਬੋਲੇ ਆ, ਉਹ ਸਾਰਾ ਸੁਣ ਵਿੱਚ ਸਟੋਰ ਹੋਣ ਕਾਰਨ ਕਰਕੇ ਉਹ ਸਾਡੇ ਸਾਹਮਣੇ ਕੀਤਾ ਜਾਂਦਾ ਕਿ ਤੂੰ ਆਹ ਕਰਮ ਕੀਤੇ ਆ, ਤੂੰ ਇੱਥੇ ਸਵਾਸ ਜਿਹੜੇ ਆ ਖਰਚੇ ਆ, ਅਤੇ ਇੰਨੀ ਕੁ ਤੇਰੀ ਬੱਚਤ ਹੋਈ ਆ, ਇੰਨੇ ਤੂੰ ਜਮ੍ਹਾਂ ਕੀਤੇ ਆ। ਇਹ ਸਾਰਾ ਜੋ ਸਟੋਰ ਕੀਤਾ ਜਾਂਦਾ ਸੁਣਨ ਵਿੱਚ ਇੱਥੇ ਰੱਖਿਆ ਜਾਂਦਾ। ਜਿੰਨੇ ਕੁ ਸਾਡੇ ਮਨ ਦੀ ਪਹੁੰਚ ਹੁੰਦੀ ਆ, ਉਨਾ ਅਸੀਂ ਵਾਰ-ਵਾਰ ਰਿਟਰੀਵ ਕਰ ਸਕਦੇ ਹਾਂ, ਜਿੱਦਾਂ ਮੈਮਰੀ ਦੇ ਰੂਪ ਦੇ ਵਿੱਚ। ਜਦੋਂ ਅਸੀਂ ਕੁਛ ਮੈਮੋਰਾਈਜ਼ ਵੀ ਕਰਦੇ ਹਾਂ, ਕੰਠ ਕਰਦੇ ਹਾਂ, ਜਿੰਨਾ ਕੁ ਸਾਡੇ ਮਨ ਦੀ ਪਹੁੰਚ ਹੁੰਦੀ ਆ, ਉਹ ਵਾਰ-ਵਾਰ ਅਸੀਂ ਉਹ ਚੀਜ਼ ਜਿਹੜੀ ਅਸੀਂ ਮੈਮੋਰਾਈਜ਼ ਕੀਤੀ ਹੁੰਦੀ ਆ, ਵਾਰ-ਵਾਰ ਅਸੀਂ ਉਹਨੂੰ ਰਿਟਰੀਵ ਕਰਦੇ ਹਾਂ। ਜਿਹੜੇ ਗੁਰਮੁਖ ਜਨ ਆਪਣਾ ਮਨ ਪਰਮਾਤਮਾ ਨਾਲ ਅਭੇਦ ਕਰ ਲੈਂਦੇ ਆ, ਜਦੋਂ ਉਹਨਾਂ ਦੀ ਕੌਨਸ਼ੀਅਸਨੈਸ ਯੂਨੀਵਰਸਲ ਕੌਨਸ਼ੀਅਸਨੈਸ ਨਾਲ ਅਭੇਦ ਹੋ ਜਾਂਦੀ ਆ, ਉਹਨਾਂ ਦੀ ਜਿਹੜੀ ਪਹੁੰਚ ਆ ਉਹ ਅਨਹਦ ਹੋ ਜਾਂਦੀ ਆ, ਕੋਈ ਹੱਦਬੰਦੀ ਨਹੀਂ ਰਹਿੰਦੀ। ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਅਸੀਂ ਅਨਹਦ ਇਲਾਕੇ ਦੇ ਵਿੱਚ ਜੇ ਵਾਸਾ ਕਰ ਲਈਏ ਤਾਂ ਸਾਡੇ ਜਿਹੜੇ ਖੋਜ ਹੈ ਤਿੰਨਾਂ ਭਵਨਾਂ ਦੀ ਹੋ ਜਾਂਦੀ ਹੈ, ਜਿਹਨੂੰ ਮਹਾਰਾਜ ਕਹਿੰਦੇ 10ਵੇਂ ਦੁਆਰ ਰਹਿਤ ਕਰੇ ਤੇਰੇ ਭਵਨ ਸੋਝੀ ਪਾਏ, ਕਿ ਤਿੰਨਾਂ ਭਵਨਾਂ ਦੀ ਸੋਝੀ ਅਸੀਂ ਪਾ ਸਕਦੇ ਹਾਂ। ਪਤਾਲ ਲੋਕ, ਭੂਮ ਲੋਕ, ਆਕਾਸ਼ ਲੋਕ, ਇਹਨਾਂ ਸਾਰਿਆਂ ਦੀ ਸੋਝੀ ਹੋ ਜਾਂਦੀ ਹੈ। ਫਿਰ ਸਾਨੂੰ ਇਹ ਵੀ ਭੇਦ ਆ ਜਾਂਦਾ ਕਿ ਕਿਵੇਂ ਸਾਡੇ ਅੰਦਰ ਗੁਣਾਂ ਦੇ ਰੂਪ ਦੇ ਵਿੱਚ ਹੈ ਸਤੋਗੁਣ, ਰਜੋਗੁਣ ਅਤੇ ਤਮੋਗੁਣ। ਸਤੋਗੁਣ ਦਾ ਲਿੰਕ ਹੈ ਆਕਾਸ਼ ਲੋਕ ਨਾਲ, ਭੂਮ ਲੋਕ ਜਿਹੜਾ ਆ ਉਹ ਰਜੋਗੁਣ ਦੇ ਨਾਲ ਸੰਬੰਧਿਤ ਹੈ, ਜਿਹੜਾ ਤਮੋਗੁਣ ਆ ਉਹ ਪਾਤਾਲ ਲੋਕ ਦੇ ਨਾਲ। ਫਿਰ ਉਸੇ 10ਵੇਂ ਦੁਆਰ ਨੂੰ ਮਹਾਰਾਜ ਨੇ ਸ਼ਿਵ ਕੀ ਪੁਰੀ ਕਹਿ ਦਿੱਤਾ ਆ। ਅਤੇ ਮਹਾਰਾਜ ਕਹਿੰਦੇ ਆ ਕਿ ਜੇ ਅਸੀਂ ਵਿਵੇਕ ਹੋ ਕੇ, ਸਾਡੀ ਜਿਹੜੀ ਬੁੱਧ ਆ ਉਹ ਵਿਵੇਕ ਹੋ ਕੇ ਸ਼ਿਵਪੁਰੀ ਦੇ ਵਿੱਚ ਬੈਠ ਜਾਏ, ਅਸੀਂ ਇੱਕ ਤਾਂ ਪਰਮਾਤਮਾ ਨਾਲ ਵਿਚਾਰ ਕਰ ਸਕਦੇ ਹਾਂ, ਦੂਜਾ ਇੱਧਰ ਅਤੇ ਉੱਧਰ ਦੀ ਸਾਰੀ ਸੋਝੀ ਹੋ ਜਾਂਦੀ ਹੈ। ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ, ਸਿਵ ਕੀ ਪੁਰੀ ਬਸੈ ਬੁੱਧ ਸਾਰ, ਤੈ ਤੁਮ ਮਿਲ ਕੈ ਕਰੋ ਵਿਚਾਰ, ਈਤ ਊਤ ਕੀ ਸੋਝੀ ਪਰੈ, ਕਿ ਇੱਧਰ ਅਤੇ ਉੱਧਰਲੀ ਸਾਰੀ ਸਾਨੂੰ ਸੋਝੀ ਹੋ ਜਾਂਦੀ ਹੈ। ਹੁਣ ਕਈ ਵਿਗਿਆਨੀ ਜਿਹੜੇ ਆ ਉਹ ਵੀ ਐਸੀ ਖੋਜ ਦੇ ਵਿੱਚ ਆ ਕਿ ਅਸੀਂ ਪੁਰਾਤਨ ਤੋਂ ਪੁਰਾਤਨ ਜੇ ਆਵਾਜ਼ ਲੱਭ ਸਕਦੇ ਹਾਂ,
ਉਹਨੂੰ ਪਕੜੀਏ ਕਿਸੇ ਯੰਤਰ ਦੇ ਨਾਲ। ਹੁਣ ਜੋ ਦ੍ਰਿਸ਼ਟਮਾਨ ਦੇ ਵਿੱਚ ਟੈਕਨੋਲੋਜੀ ਆ, ਜਿਹੜੇ ਯੰਤਰ ਕਾਲ ਦੇ ਦੇਸ਼ ਦੇ ਵਿੱਚ ਬਣੇ ਹੋਏ ਆ, ਉਹ ਸਾਰੀ ਹੂ ਬਹੂ ਨਕਲ ਹੈ ਅਦ੍ਰਿਸ਼ਟ ਦੀ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀਸ, ਕਿ ਇਹ 10ਵੇਂ ਆਕਾਸ਼ ਦੀ ਜਿਹੜੀਆਂ ਗੱਲਾਂ ਆ, ਜੋ ਭੇਦ ਆ ਸੂਖਮ ਦਾ, ਇਹਦੇ ਬਾਰੇ ਸੁਣ ਕੇ ਜਿਹੜੇ ਕੀੜੇ ਆ ਉਹ ਵੀ ਰੀਸ ਕਰਦੇ ਆ। ਉਦਾਹਰਨ ਕੀੜਿਆਂ ਦੀ ਦੇ ਦਿੱਤੀ ਆ ਕਿ ਇੱਕ ਤਾਂ ਹੈਗੇ ਆ ਜੀਵ ਜਿਹੜੇ ਉਹਨਾਂ ਨੂੰ ਖੰਭ ਲੱਗੇ ਹੁੰਦੇ ਆ, ਉੱਡਦੇ ਨੇ। ਇੱਕ ਹੈਗੇ ਬਰਸਾਤੀ ਕੀੜੇ ਜਿਹੜੇ ਨੂੰ ਖੰਭ ਥੋੜ੍ਹੀ ਦੇਰ ਲਈ ਲੱਗਦੇ, ਇੱਕ ਹੀ ਉਡਾਰੀ ਮਾਰਦੇ ਅਤੇ ਖੰਭ ਝੜ ਜਾਂਦੇ ਅਤੇ ਉਹ ਡਿੱਗ ਜਾਂਦੇ। ਇੱਦਾਂ ਹੀ ਗੁਰਮੁਖ ਜਨ ਜਿਹੜੇ ਆ ਇਸ ਕਾਲ ਦੇ ਦੇਸ਼ ਦੇ ਵਿੱਚ, ਉਹਨਾਂ ਦੀ ਨਕਲ ਮਾਰਨਗੇ ਵਿਗਿਆਨੀ, ਕਿ ਜੋ ਗੁਰਮੁਖ ਜਨ ਕਰ ਲੈਂਦੇ ਆ, ਜੋ ਸੂਖਮ ਦੀ ਖੇਡ ਆ, ਉਸ ਦੀ ਨਕਲ ਮਾਰਨ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਕਾਲ ਦੇ ਦੇਸ਼ ਦੇ ਵਿੱਚ ਟੈਕਨੋਲੋਜੀ ਦੁਆਰਾ, ਵਿਗਿਆਨੀਆਂ ਵੱਲੋਂ। ਪਰ ਇਹ ਟੈਕਨੋਲੋਜੀ ਜਿਹੜੀ ਹੁੰਦੀ ਹੈ ਸੀਮਿਤ ਆ। ਹੁਣ ਸਾਡਾ ਜਿਹੜਾ ਮਨ ਆ, ਕਈ ਵਾਰੀ ਜਿਵੇਂ ਹੁਣ ਵਿਚਾਰ ਕੀਤੀ ਸੀ ਕਿ ਸੁੰਨ ਦੇ ਵਿੱਚ ਸਾਡੇ ਜਿਹੜੇ ਬਚਨ ਆ ਉਹ ਸਟੋਰ ਕੀਤੇ ਜਾਂਦੇ ਆ, ਇਸ ਸੁੰਨ ਦੇ ਵਿੱਚ ਪਹੁੰਚਦੇ ਆ। ਹੁਣ ਸਾਡਾ ਜਿਹੜਾ ਮਨ ਆ, ਕਈ ਵਾਰੀ ਉਹ ਇੱਥੋਂ ਕੋਈ ਬਚਨ ਜਿਹੜੇ ਆ ਜਾਂ ਕੋਈ ਟੂਨ ਜਿਹੜੀ ਆ ਉਹ ਪਕੜ ਲੈਂਦਾ ਸਾਡਾ ਮਨ, ਅਤੇ ਉਹ ਮਨ ਦੇ ਵਿੱਚ ਤਰਜ ਜਿਹੜੀ ਆ ਆਟੋਮੈਟਿਕ ਪਲੇ ਹੋਈ ਜਾਂਦੀ ਹੈ। ਜਿਵੇਂ ਕਈਆਂ ਦੇ ਮਨ ਦੇ ਵਿੱਚ, ਜੇ ਕਈ ਐਸੇ ਆ ਉਹ ਕੱਚੀ ਬਾਣੀ ਸੁਣਦੇ ਆ, ਉਹਨਾਂ ਦੇ ਮਨ ਦੇ ਵਿੱਚ ਉਹ ਜਿਹੜੇ ਤਰਜ ਹੁੰਦੀ ਆ ਸਟਕ ਹੋ ਜਾਂਦੀ ਆ। ਕਈ ਹੈਗੇ ਆ ਜਿਹੜੇ ਸ਼ਬਦ ਕੀਰਤਨ ਸੁਣਦੇ ਆ, ਉਹਨਾਂ ਦੇ ਮਨ ਦੇ ਵਿੱਚ ਤਰਜ ਚੱਲਦੀ ਰਹਿੰਦੀ ਆ। ਅਤੇ ਜਦੋਂ ਅਸੀਂ ਧਿਆਨ ਬਦਲਦੇ ਹਾਂ ਮਨ ਦਾ, ਅਤੇ ਉਹ ਫਿਰ ਅਸੀਂ ਆਪਣਾ ਧਿਆਨ ਪਾਸੇ ਲੈ ਜਾਂਦੇ, ਤਰਜ ਜਿਹੜੀ ਹੈ ਰੁਕ ਜਾਂਦੀ ਹੈ। ਇਹ ਹੂ ਬਹੂ ਉਹੀ ਐਬਿਲਿਟੀ ਜਿਹੜੀ ਮਨ ਦੀ ਆ ਕਿ ਅਸੀਂ ਧਿਆਨ ਦੁਆਰਾ ਆਪਣਾ ਮਨ ਨੂੰ ਬਦਲ ਦਿੰਦੇ ਹਾਂ, ਕੋਈ ਹੋਰ ਚੀਜ਼ ਪਕੜ ਲੈਂਦੇ ਆਪਣੀ ਸੁਰਤੀ ਦੁਆਰਾ। ਕਾਲ ਨੇ ਇਹਨੂੰ ਡੁਪਲੀਕੇਟ ਕਰ ਦਿੱਤਾ ਆ ਰੇਡੀਓ ਦੇ ਰੂਪ ਦੇ ਵਿੱਚ, TV ਦੇ ਰੂਪ ਦੇ ਵਿੱਚ, ਜੋ ਇਸ ਕਾਲ ਦੇ ਦੇਸ਼ ਦੇ ਵਿੱਚ ਯੰਤਰ ਨੇ। ਜਿਵੇਂ ਰੇਡੀਓ ਦੀ ਫਰੀਕੁਐਂਸੀ ਬਦਲੀ ਜਾਏ, ਰੇਡੀਓ ਦਾ ਚੈਨਲ ਬਦਲਿਆ ਜਾਂਦਾ ਆ ਅਤੇ ਹੋਰ ਕੁਛ ਪਲੇ ਕੀਤਾ ਜਾਂਦਾ ਆ, ਉਹ ਵੀ ਇਸ ਸੁਣਨ ਦੇ ਵਿੱਚ ਜਿਹੜੇ ਸਿਗਨਲ ਭੇਜੇ ਜਾਂਦੇ ਆ ਉਹਦੇ ਰਾਹੀਂ ਫਿਰ ਉਹ ਫਰੀਕੁਐਂਸੀ ਚੇਂਜ ਕੀਤੀ ਜਾਂਦੀ ਰੇਡੀਓ 'ਤੇ, ਕੁਛ ਨਾ ਕੁਛ ਹੋਰ ਸਾਨੂੰ ਸਰਵਣ ਕਰਨ ਨੂੰ ਮਿਲਦਾ ਆ। ਇੱਦਾਂ ਹੀ ਸਾਡਾ ਮਨ ਜਿਹੜਾ ਹੈ ਧਿਆਨ ਬਦਲ ਲੈਂਦਾ। ਇੱਕ ਕਲਾ ਆ, ਜਦੋਂ ਅਸੀਂ ਕਈ ਵਾਰੀ ਕਿਸੇ ਤੋਂ ਮਾੜੇ ਬਚਨ ਵੀ ਸੁਣਦੇ ਹਾਂ, ਕਈ ਸਵਾਲ ਪੁੱਛਦੇ ਹੁੰਦੇ ਕਿ ਜੇ ਸਾਨੂੰ ਕੁਛ ਮਾੜਾ ਕਵੇ ਕੋਈ, ਸਾਡਾ ਜਿਹੜਾ ਮਨ ਆ ਉਹ ਸ਼ਾਂਤ ਨਹੀਂ ਰਹਿੰਦਾ। ਸਾਡਾ ਮਨ ਜਿਹੜਾ ਆ ਅਸ਼ਾਂਤ ਹੋ ਜਾਂਦਾ, ਕਿਸੇ ਨੇ ਸਾਨੂੰ ਵੱਧ ਘੱਟ ਬੋਲ ਦਿੱਤਾ, ਕੀ ਕੀਤਾ ਜਾਏ ਉਦੋਂ? ਪਿਤਾ ਜੀ ਸਾਨੂੰ ਸਮਝਾਉਂਦੇ ਹੁੰਦੇ ਸੀਗੇ ਕਿ ਹਰੇਕ ਦੇ ਵੱਸ ਆ ਕਿ ਅਗਲਾ ਸੁਣ ਵਿੱਚ ਆਪਣੇ ਬਚਨ ਛੱਡਦਾ ਆ, ਸਾਡੇ ਮਨ ਨੇ ਉਸ ਨੂੰ ਪਕੜਨਾ ਹੈ ਕਿ ਨਹੀਂ। ਜੇ ਅਸੀਂ ਆਪਣਾ ਧਿਆਨ ਬਦਲ ਲੈਂਦੇ ਹਾਂ, ਜੇ ਅਸੀਂ ਆਪਣਾ ਧਿਆਨ ਬਦਲ ਲੈਂਦੇ ਹਾਂ ਅਤੇ ਫਿਰ ਸਾਨੂੰ ਉਹ ਗੱਲ ਕਹੀ ਹੋਈ, ਮਾੜੇ ਬਚਨ, ਕੌੜੇ ਸ਼ਬਦ, ਕੌੜੇ ਬਚਨ ਉਹ ਤੰਗ ਨਹੀਂ ਕਰਦੇ, ਕਿਉਂਕਿ ਅਸੀਂ ਮਨ ਦੁਆਰਾ ਉਹਨੂੰ ਪਕੜਦੇ ਨਹੀਂ। ਇਹ ਇੱਕ ਟ੍ਰਿਕ ਆ, ਇੱਕ ਜੁਗਤ ਆ ਜਿਹੜਾ ਤੁਸੀਂ ਅਪਣਾ ਸਕਦੇ ਆ। ਜੇ ਫਰਜ਼ ਕੀਤਾ ਕੋਈ ਤੁਹਾਨੂੰ ਵੱਧ ਘੱਟ ਬੋਲ ਰਿਹਾ, ਤੁਸੀਂ ਆਪਣਾ ਧਿਆਨ ਪਾਸੇ ਕਰ ਲਓ। ਜਦੋਂ ਅਸੀਂ ਅਗਲੇ ਦੀ ਗੱਲ ਪਕੜਦੇ ਹਾਂ, ਸੁਣਨ ਦੇ ਵਿੱਚੋਂ ਉਹਦੀ ਆਵਾਜ਼ ਪਕੜ ਲੈਂਦੇ ਹਾਂ ਅਤੇ ਅੰਦਰ ਉਹਨੂੰ ਵਸਾਉਂਦੇ ਹਾਂ, ਤਾਂ ਫਿਰ ਸਾਡੇ ਮਨ ਨੂੰ ਤਕਲੀਫ ਹੁੰਦੀ ਹੈ। ਜੇਕਰ ਅਸੀਂ ਐਸਾ ਕਰੀਏ ਕਿ ਧਿਆਨ ਹੀ ਆਪਣਾ ਬਦਲ ਦਈਏ ਅਤੇ ਅਗਲੀ ਦੀ ਗੱਲ ਨਹੀਂ ਸੁਣਦੇ, ਸਾਡੇ ਮਨ ਨੂੰ ਕੋਈ ਤਕਲੀਫ ਨਹੀਂ ਹੁੰਦੀ। ਫਿਰ ਇੱਦਾਂ ਹੀ ਜਿਵੇਂ ਮਹਾਰਾਜ ਨੇ ਹੁਣ ਦੱਸਿਆ ਹੋਇਆ ਕਿ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਜੋ ਵੀ ਤੁਸੀਂ ਸੋਝੀ ਲੈਣੀ ਚਾਹੁੰਦੇ ਆ ਉਹ ਤੁਸੀਂ ਲੈ ਸਕਦੇ ਆ ਦ੍ਰਿਸ਼ਟਮਾਨ ਦੇ ਰੂਪ ਦੇ ਵਿੱਚ। ਇੱਦਾਂ ਹੀ ਕਾਲ ਨੇ ਕੀ ਕੀਤਾ ਕਿ ਉਸਨੇ ਇਸ ਗੱਲ ਦੀ ਨਕਲ ਮਾਰੀ ਕਿ ਸਾਨੂੰ ਇੰਟਰਨੈਟ ਦੇ ਦਿੱਤਾ,
ਅਤੇ ਇੰਟਰਨੈੱਟ ਦੇ ਰਾਹੀਂ ਅਸੀਂ ਹੁਣ ਸਰਚ ਕਰਦੇ ਰਹਿੰਦੇ ਹਾਂ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਆ ਜਾਂ ਕੀ ਚੱਲ ਰਿਹਾ ਆ। ਇਹ ਇੱਕ ਉਸ ਕਲਾ ਦੀ ਨਕਲ ਆ ਜੋ ਯੰਤਰ ਦੁਆਰਾ ਇੱਥੇ ਕੀਤੀ ਹੋਈ ਦ੍ਰਿਸ਼ਟਮਾਨ ਦੇ ਵਿੱਚ। ਹੁਣ ਅਸੀਂ ਜੇ ਕਿਸੇ ਸਥਾਨ 'ਤੇ ਜਾਣਾ ਹੁੰਦਾ, ਕੋਈ ਜਗ੍ਹਾ 'ਤੇ ਜਾਣਾ, ਸਾਨੂੰ ਰਾਹ ਨਹੀਂ ਪਤਾ, ਅਸੀਂ GPS ਦਾ ਇਸਤੇਮਾਲ ਕਰਦੇ ਹਾਂ। ਇੱਦਾਂ ਹੀ ਜਿਹੜੇ ਗੁਰਮੁਖ ਜਨ ਸਨ, ਇਤਿਹਾਸ ਨੂੰ ਅਸੀਂ ਜਦੋਂ ਪੜ੍ਹਦੇ ਹਾਂ ਸਾਨੂੰ ਪਤਾ ਲੱਗਦਾ ਉਹ ਵੀ ਲੱਭ ਲੈਂਦੇ ਸੀ ਗੁਰਮੁਖ ਜਦੋਂ ਸੁਣ ਵਿੱਚ ਜਾਂਦੇ ਸੀ। ਇਵੇਂ ਐਗਜ਼ਾਮਪਲ ਦੇ ਤੌਰ 'ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਦੀ ਗੜੀ ਤੋਂ ਬਾਅਦ ਮਾਛੀਵਾੜੇ ਦੇ ਜੰਗਲ ਦੇ ਵਿੱਚ ਸਨ, ਭਾਈ ਦਇਆ ਸਿੰਘ ਜੀ ਹੁਣੀ ਅਤੇ ਨਾਲ ਦੇ ਜਿਹੜੇ ਗੁਰਮੁਖ ਸਨ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਣਾ ਚਾਹਿਆ ਅਤੇ ਉਹਨਾਂ ਨੇ ਸੁਨ ਮੰਡਲ ਵਿੱਚ ਜਾ ਕੇ ਖੋਜ ਕੀਤੀ। ਹੁਣ ਇੱਥੇ ਜਿਹੜੇ ਵਿਦਵਾਨ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਕਿਉਂਕਿ ਉਹਨਾਂ ਨੂੰ ਅੰਦਰਲੀ ਖੋਜ ਨਹੀਂ ਆਉਂਦੀ। ਕੋਈ ਲਿਖ ਦਿੰਦਾ ਹੈ, ਕੋਈ ਕਹਿ ਦਿੰਦਾ ਆ ਕਿ ਜੀ ਤਾਰੇ ਦੀ ਸੇਧ ਦੇ ਨਾਲ ਉਹਨਾਂ ਨੇ ਮਹਾਰਾਜ ਨੂੰ ਲੱਭਿਆ। ਤਾਰੇ ਦੀ ਸੇਧ ਦੇ ਨਾਲ ਕੋਈ ਲੱਭਿਆ ਨਹੀਂ ਜਾ ਸਕਦਾ। ਤਾਰੇ ਦੀ ਸੇਧ ਮੁਤਾਬਕ ਸਿਰਫ ਨੌਰਥ, ਸਾਊਥ, ਈਸਟ, ਵੈਸਟ ਦਾ ਭੇਦ ਮਿਲਦਾ ਹੈ ਕਿ ਕਿੱਧਰ ਨੂੰ ਉੱਤਰ ਆ, ਕਿੱਧਰ ਨੂੰ ਦੱਖਣ ਆ, ਪੂਰਬ ਪੱਛਮ ਦਾ ਪਤਾ ਲੱਗ ਸਕਦਾ। ਅਤੇ ਬਸ ਉਹਨਾਂ ਗੁਰਮੁਖ ਜਨਾਂ ਨੇ ਕੀ ਕੀਤਾ, ਉਹਨਾਂ ਨੇ ਸੁਨ ਮੰਡਲ ਵਿੱਚ ਆਪ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਿਆ ਅਤੇ ਫਿਰ ਦ੍ਰਿਸ਼ਟਮਾਨ ਰੂਪ ਦੇ ਵਿੱਚ ਜਾ ਕੇ ਮਾਛੀਵਾੜੇ ਪਹੁੰਚੇ ਅਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ। ਹੁਣ ਸਾਨੂੰ ਇਸੇ ਗੱਲ ਦੀ ਨਕਲ ਮਿਲਦੀ ਹੈ ਯੰਤਰ ਦੇ ਤੌਰ 'ਤੇ GPS ਸਿਸਟਮ ਦੇ ਨਾਲ ਕਾਲ ਦੇ ਦੇਸ਼ ਦੇ ਵਿੱਚ। ਹੁਣ ਗੁਰਮੁਖ ਜਿਹੜੇ ਅਭਿਆਸ ਕਰਦੇ ਆ ਕਿ ਐਸੇ ਨੇ ਜਦੋਂ ਉਹ ਅੱਖਾਂ ਬੰਦ ਕੀਤੀਆਂ ਹੁੰਦੀਆਂ ਦ੍ਰਿਸ਼ਟਮਾਨ, ਉਹਨਾਂ ਨੂੰ ਆਪਣੇ ਸੂਖਮ ਨੇਤਰਾਂ ਰਾਹੀਂ ਫੇਰ ਵੀ ਦਿਸ ਰਿਹਾ ਹੁੰਦਾ। ਅਤੇ ਜਿਸ ਡਾਇਰੈਕਸ਼ਨ ਦੇ ਵਿੱਚ ਦੇਖਦੇ ਨੇ, ਸੂਖਮ ਨੇਤਰਾਂ ਦਾ ਜਿਹੜਾ ਹੱਦਬੰਦੀ ਨਹੀਂ ਕੋਈ ਹੁੰਦੀ। ਆ ਜਿਹੜੇ ਨੇਤਰ ਸਾਡੇ ਦ੍ਰਿਸ਼ਟਮਾਨ ਦੇ ਆ, ਸਾਡੇ ਇਸ ਫਿਜ਼ੀਕਲ ਬਾਡੀ ਦੇ, ਇਹਨਾਂ ਦੀ ਕੋਈ ਲਿਮਿਟੇਸ਼ਨ ਹੁੰਦੀ ਆ, ਹੱਦ ਹੁੰਦੀ ਆ ਕਿ ਅਸੀਂ ਵੱਧ ਤੋਂ ਵੱਧ ਸਕਾਈਲਾਈਨ ਤੱਕ ਦੇਖ ਸਕਦੇ ਹਾਂ, ਵਾਲੀ ਦੂਰ ਨਹੀਂ। ਅਤੇ ਜਿਹੜੇ ਅਨਹਦ ਸਾਡੇ ਇਲਾਕਾ ਆ, ਅਸੀਂ ਜਦੋਂ ਆਪਣੇ ਸੂਖਮ ਨੇਤਰਾਂ ਦਾ ਇਸਤੇਮਾਲ ਕਰਦੇ ਹਾਂ, ਅਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਦੇਖ ਰਹੇ ਹਾਂ ਅਸੀਂ ਦੂਰ ਤਾਈਂ ਦੇਖ ਸਕਦੇ, ਭਾਵੇਂ ਅਗਲੇ ਮੰਡਲ ਨੂੰ ਦੇਖ ਲਓ। ਇਸ ਦੀ ਨਕਲ ਵੀ ਕਾਲ ਨੇ ਮਾਰੀ ਹੋਈ ਆ ਯੰਤਰ ਦੁਆਰਾ, ਜਿਸ ਨੂੰ ਟੈਲੀਸਕੋਪ ਕਿਹਾ ਹੋਇਆ ਇਸ ਦ੍ਰਿਸ਼ਟਮਾਨ ਦੇਸ਼ ਦੇ ਵਿੱਚ। ਹੁਣ ਜਿਹੜੀ ਟੈਲੀਫੋਨ ਦੀ ਕਾਢ ਆ, ਸੈੱਲਫੋਨ ਅਸੀਂ ਵਰਤਦੇ ਹਾਂ ਜਾਂ ਘਰ ਦਾ ਫੋਨ ਵਰਤਦੇ ਹਾਂ, ਇਹ ਜਿਹੜੀ ਕਾਢ ਆ ਹੈ ਤਾਂ ਸਾਡੇ ਮਨ ਦੀ ਘੜੀ ਹੋਈ। ਕਾਲ ਨੇ ਇਸ ਨੂੰ ਪ੍ਰਗਟ ਕਰ ਦਿੱਤਾ ਫੋਨ ਦੇ ਰੂਪ ਦੇ ਵਿੱਚ। ਪਰ ਜਿਹੜੇ ਗੁਰਮੁਖ ਸਨ ਪੁਰਾਤਨ, ਜਿਹੜੇ ਅਭਿਆਸ ਕਰਦੇ ਸੀ, ਉਹ ਇੱਕ ਦੂਸਰੇ ਨਾਲ ਦੂਰੋਂ ਗੱਲ ਕਰ ਲੈਂਦੇ ਸਨ। ਇੱਥੇ ਥੋੜ੍ਹੇ ਜਿਹੇ ਜੁਗਤ ਦੱਸ ਦਿੰਦੇ ਹਾਂ ਕਿ ਜਿਹੜੇ ਗੁਰਮੁਖਾਂ ਨੇ ਸੱਚ ਦੇ ਦਰਸ਼ਨ ਕੀਤੇ ਆ ਜਾਂ ਕਰਦੇ ਨੇ, ਸੱਚ ਵਿੱਚ ਜਦੋਂ ਧਿਆਨ ਲਾਉਂਦੇ ਹਾਂ ਅਤੇ ਕਿਸੇ ਨੂੰ ਚੇਤੇ ਕਰਦੇ ਹਾਂ, ਉਸ ਵੇਲੇ ਜੇਕਰ ਉਹ ਵੀ ਜਾਗਤ ਅਵਸਥਾ ਦੇ ਵਿੱਚ ਹੈ ਤਾਂ ਉਹਨਾਂ ਦੇ ਅਨਹਦ ਸ਼ਬਦ ਉੱਚੀ ਹੋ ਜਾਂਦੇ ਆ। ਜਿਵੇਂ ਅਸੀਂ ਇੱਕ ਦੂਸਰੇ ਨੂੰ ਫੋਨ ਕਰਦੇ ਹਾਂ ਇੱਥੇ ਦ੍ਰਿਸ਼ਟਮਾਨ ਰੂਪ ਦੇ ਵਿੱਚ, ਅਤੇ ਘੰਟੀ ਵੱਜਦੀ ਹੈ, ਰਿੰਗ ਹੁੰਦੀ ਹੈ ਫੋਨ। ਇੱਦਾਂ ਹੀ ਅਨਹਦ ਇਲਾਕੇ ਦੇ ਵਿੱਚ ਜਦੋਂ ਸੱਚ ਵਿੱਚ ਪਰਮਾਤਮਾ ਦੇ ਵਿੱਚ ਧਿਆਨ ਲਾਉਂਦੇ ਹਾਂ, ਜੇ ਕਿਸੇ ਨੂੰ ਯਾਦ ਕਰਦੇ ਹਾਂ ਤਾਂ ਉਹਨਾਂ ਦੇ ਵੀ ਅਨਹਦ ਸ਼ਬਦ ਜਿਹੜੇ ਆ ਤੇਜ਼ ਹੋ ਜਾਂਦੇ ਆ। ਅਤੇ ਕਈ ਵਾਰ ਐਸਾ ਹੁੰਦਾ ਕਿ ਉਹਨਾਂ ਦੇ ਸਾਹਮਣੇ ਤੁਹਾਡੀ ਫੋਟੋ ਆਉਂਦੀ ਹੈ ਕਿ ਫਲਾਨਾ ਮੈਨੂੰ ਯਾਦ ਕਰ ਰਿਹਾ, ਜੇ ਉਹ ਉਸ ਜਾਗਤ ਅਵਸਥਾ ਦੇ ਵਿੱਚ ਉਸ ਵੇਲੇ ਹੋਣ। ਜੇ ਉਹ ਤ੍ਰੈਗੁਣਾਂ ਦੇ ਵਿੱਚ ਹੋਣ ਅਤੇ ਉਹਨਾਂ ਦਾ ਧਿਆਨ ਪੂਰੀ ਤਰ੍ਹਾਂ ਇੱਧਰ ਆ, ਫਿਰ ਨਹੀਂ ਉਹਨਾਂ ਨੂੰ ਪਤਾ ਲੱਗਣਾ। ਪਰ ਜੇਕਰ ਉਹ ਇਸ ਤੋਂ ਥੋੜ੍ਹਾ ਜਿਹਾ ਉੱਪਰ ਉੱਠੇ ਹੋਏ ਆ, ਸ਼ਬਦਾਂ ਵਿੱਚ ਉਹਨਾਂ ਦਾ ਧਿਆਨ ਆ, ਜਾਗਤ ਅਵਸਥਾ ਦੇ ਵਿੱਚ ਆ, ਫਿਰ ਉਹਨਾਂ ਨੂੰ ਭੇਦ ਮਿਲ ਜਾਂਦਾ ਇਸ ਗੱਲ ਦਾ ਕਿ ਫਲਾਨਾ ਮੈਨੂੰ ਯਾਦ ਕਰ ਰਿਹਾ ਆ, ਉਹਨਾਂ ਨਾਲ ਗੱਲ ਕਰਨੀ ਹੈ। ਅੰਦਰੋਂ ਗੱਲ ਕਰ ਲੈਂਦੇ ਇੱਕ ਦੂਸਰੇ ਨਾਲ। ਯੰਤਰ ਦੁਆਰਾ ਕਾਲ ਨੇ ਕੀ ਕੀਤਾ, ਇੱਥੇ ਟੈਲੀਫੋਨ ਪ੍ਰਗਟ ਕੀਤਾ ਹੋਇਆ ਸੰਸਾਰ ਵਿੱਚ, ਅਸੀਂ ਉਹ ਵਰਤਦੇ ਹਾਂ। ਇੱਦਾਂ ਹੀ ਜਿਹੜੀ ਮੈਡੀਟੇਸ਼ਨ ਆ, ਟੈਕਨੋਲੋਜੀ ਦੇ ਥਰੂ ਕਾਲ ਨੇ ਕੀ ਕੀਤਾ, ਉਹਨੇ ਮੈਡੀਟੇਸ਼ਨ ਕਾਬੂ ਕੀਤਾ ਹੋਇਆ ਆ। ਹੁਣ ਇੱਕ ਨਵਾਂ ਯੰਤਰ ਨਿਕਲਿਆ ਜਿੱਥੇ ਹੈਡਬੈਂਡ ਪਾ ਕੇ ਲੋਕ ਮੈਡੀਟੇਸ਼ਨ ਦੀ ਪ੍ਰੈਕਟਿਸ ਕਰਦੇ ਆ, ਅਤੇ ਉਹ ਮੈਡੀਟੇਸ਼ਨ ਵਾਲਾ ਬੈਂਡ ਆ, ਉਹਦੇ ਦੁਆਰਾ
ਮੈਪਿੰਗ ਹੁੰਦੀ ਹੈ ਕਿ ਸਾਡੇ ਦਿਮਾਗ ਨੂੰ ਕਿੰਨੀ ਸ਼ਾਂਤੀ ਹੈ ਕਿੰਨੀ ਨਹੀਂ, ਉਹ ਸਾਡੇ ਸੈੱਲਫੋਨ 'ਤੇ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ। ਅਤੇ ਜਦੋਂ ਕੋਈ ਕਿਸੇ ਪੁਆਇੰਟ 'ਤੇ ਆ ਜਾਂਦਾ, ਉਹਨੂੰ ਕੀ ਕੀਤਾ ਜਾਂਦਾ, ਉਹਨੂੰ ਚਿੜੀਆਂ ਦੀਆਂ ਆਵਾਜ਼ਾਂ ਸੁਣਾ ਦਿੰਦੇ ਆ ਉਸ ਐਪ ਰਾਹੀਂ ਰਿਵੋਰਡ ਦੇ ਮੁਤਾਬਕ। ਅਤੇ ਹੈਰਾਨੀ ਵਾਲੀ ਇਹ ਗੱਲ ਆ ਕਿ ਜਦੋਂ ਅਸੀਂ ਉਂਝ ਅਭਿਆਸ ਕਰਦੇ ਹਾਂ ਗੁਰਮਤਿ ਮੁਤਾਬਕ, ਕਈ ਗੁਰਮੁਖ ਜਦੋਂ ਅਨਹਦ ਸ਼ਬਦ ਪਹਿਲਾਂ ਸੁਣਨ ਲੱਗ ਪੈਂਦੇ, ਉਹਨਾਂ ਨੂੰ ਵੀ ਵੈਸੇ ਮਹਿਸੂਸ ਹੁੰਦਾ ਕਿ ਜਿਵੇਂ ਚਿੜੀਆਂ ਚੁਗਦੀਆਂ ਜਾਂ ਬੀਂਡੇ ਵੱਜਦੇ, ਉਹ ਐਸੀ ਆਵਾਜ਼ ਹੁੰਦੀ ਨਹੀਂ, ਪਰ ਕਿਉਂਕਿ ਉਹ ਪਾਉਣ ਤੋਂ ਹਜੇ ਪੂਰੀ ਤਰ੍ਹਾਂ ਵੱਖ ਨਹੀਂ ਹੋਏ, ਉਹਨਾਂ ਨੂੰ ਐਸਾ ਮਹਿਸੂਸ ਹੋਣ ਲੱਗ ਪੈਂਦਾ। ਅਰਥਾਤ ਕਿ ਟੈਕਨੋਲੋਜੀ ਪੱਖੋਂ ਵੀ ਕਾਲ ਮੈਡੀਟੇਸ਼ਨ 'ਤੇ ਵੀ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਕਿ ਮੇਰੀ ਟੈਕਨੋਲੋਜੀ ਰਾਹੀਂ ਹੋਵੇ, ਪਰ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੋਇਆ ਕਿ ਅਸੀਂ ਗੁਰਮਤਿ ਮੁਤਾਬਕ ਮੈਡੀਟੇਸ਼ਨ ਕਰਨੀ ਆ, ਗੁਰਮੰਤਰ ਦਾ ਅਭਿਆਸ ਕਰਨਾ ਆ, ਕਿ ਇਹ ਨਹੀਂ ਕਿ ਅਸੀਂ ਪਾਉਣ ਦੇ ਵਿੱਚ ਹੀ ਇਕੱਲਾ ਧਿਆਨ ਲਾ ਕੇ ਅਤੇ ਫਿਰ ਪਾਉਣ ਤੱਕ ਹੀ ਸੀਮਿਤ ਰਹਿਣਾ। ਅਸੀਂ ਗੁਰਮੰਤਰ ਦਾ ਵੀ ਅਭਿਆਸ ਕਰਨਾ, ਗੁਰਮੰਤਰ ਦਾ ਅਭਿਆਸ ਕਰਨਾ ਆ, ਫਿਰ ਧਿਆਨ ਦੀ ਅਵਸਥਾ ਦੇ ਵਿੱਚ ਜਾ ਕੇ ਅੰਦਰੋਂ ਨਾਮ ਨੂੰ ਪਕੜਨਾ ਆ ਜੋ ਅਨਹਦ ਸ਼ਬਦ ਹੈ। ਪਰ ਕਾਲ ਦ੍ਰਿਸ਼ਟਮਾਨ ਵਿੱਚ ਕੀ ਕਰਦਾ, ਉਹਨਾਂ ਨੂੰ ਮੈਡੀਟੇਸ਼ਨ ਵੀ ਐਸਾ ਸਿਖਾਉਂਦਾ ਕਿ ਜਿਹੜੇ ਦ੍ਰਿਸ਼ਟਮਾਨ ਤੱਕ ਸੀਮਿਤ ਰਹਿਣ, ਟੈਕਨੋਲੋਜੀ ਦੇ ਵਿੱਚ ਉਹਨਾਂ ਦਾ ਮਨ ਜਿਹੜਾ ਖਚਿਤ ਹੋਵੇ। ਇਹ ਹੁਣ ਸੂਖਮ ਦੀ ਦ੍ਰਿਸ਼ਟਮਾਨ ਦੇ ਵਿੱਚ ਨਕਲ ਮਾਰੀ ਹੋਈ ਅਕਾਲ ਨੇ, ਅਤੇ ਇਹ ਜਿਹੜੀ ਨਕਲ ਮਾਰੀ ਹੋਈ ਆ, ਇਸੇ ਫਿਰ ਸੂਖਮ ਦਾ ਕਿ ਅਸੀਂ ਇੱਧਰਲੇ ਪਾਸੇ ਨੂੰ ਖੋਜ ਨਾ ਕਰੀਏ ਅੰਦਰਲੀ। ਕਾਲ ਕੀ ਕਰਦਾ ਆ ਕਿ ਸਾਨੂੰ ਇਸ ਪਾਸੇ ਲਾਉਂਦਾ ਆ ਕਿ ਅਸੀਂ ਦ੍ਰਿਸ਼ਟਮਾਨ ਤੱਕ ਸੀਮਿਤ ਰਹੀਏ, ਅਤੇ ਫਿਰ ਉਹ ਇਸ ਅੰਦਰਲੀ ਖੋਜ, ਰੂਹਾਨੀਅਤ ਜਿਸ ਨੂੰ ਕਿਹਾ ਦਿੱਤਾ, ਅਧਿਆਤਮਕ ਗਿਆਨ ਜਿਹਨੂੰ ਕਿਹਾ ਹੋਇਆ ਆ, ਉਹਦਾ ਮਖੌਲ ਉਡਾਉਂਦਾ ਰਹਿੰਦਾ ਹੈ ਕਾਲ ਆਪਣੇ ਨੁਮਾਇੰਦਿਆਂ ਥਰੂ। ਜਿਵੇਂ ਕਿ ਰੂਹਾਨੀਅਤ ਅਤੇ ਅਧਿਆਤਮਕ, ਇਹ ਜੋ ਲਫ਼ਜ਼ ਨੇ, ਰੂਹਾਨੀਅਤ ਹੈ ਰੂਹ, ਅਰਥਾਤ ਕਿ ਰੂਹ ਦਾ ਗਿਆਨ, ਰੂਹ ਦਾ ਭੇਦ, ਰੂਹਾਨੀਅਤ ਰਸਤਾ ਜਿਸ ਦੁਆਰਾ ਸਾਨੂੰ ਆਪਣੇ ਆਤਮਾ ਦਾ ਭੇਦ ਮਿਲਦਾ, ਅਧਿਆਤਮਕ ਗਿਆਨ, ਡਿਵਾਈਨ ਨੌਲੇਜ। ਇਹ ਤਾਂ ਮਿਲ ਸਕਦੀ ਸਾਨੂੰ ਡਿਵਾਈਨ ਨੌਲੇਜ, ਬ੍ਰਹਮ ਦਾ ਗਿਆਨ, ਜੇਕਰ ਅਸੀਂ ਅੰਦਰਲੀ ਖੋਜ ਕਰੀਏ ਆਪਣੇ ਸਰੀਰ ਦੀ। ਪਰ ਕਾਲ ਨੇ ਕੀ ਕਰਨਾ ਹੁੰਦਾ, ਉਹਨੇ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਕੋਈ ਐਸਾ ਖੋਜ ਕਰੇ ਨਾ ਅਤੇ ਦ੍ਰਿਸ਼ਟਮਾਨ ਤੱਕ ਸੀਮਿਤ ਰਹੇ, ਕਿਉਂਕਿ ਜੇ ਅੰਦਰਲੀ ਖੋਜ ਹੋ ਗਈ ਤਾਂ ਹੋਰਨਾਂ ਨੂੰ ਵੀ ਉਹ ਦੱਸਣਗੇ, ਜੇ ਹੋਰਨਾਂ ਨੂੰ ਦੱਸਣਗੇ ਦੂਜੇ ਸੁਣਨਗੇ ਅਤੇ ਕਾਲ ਦੇ ਦਾਇਰੇ ਦੇ ਵਿੱਚੋਂ ਨਿਕਲ ਜਾਣਗੇ ਜੀਵ। ਅਤੇ ਇਹਦੀ ਡਿਊਟੀ ਲੱਗੀ ਹੋਈ ਹੈ ਕਿ ਇਹਨੇ ਮਨ ਨੂੰ ਖਿਡਾਉਣਾ। ਮਨ ਜਿਹੜਾ ਆ ਸਾਡਾ ਆਪਣਾ, ਉਹ ਡਿਊਟੀ ਨਹੀਂ ਨਿਭਾ ਰਿਹਾ। ਇਹਦੀ ਡਿਊਟੀ ਸੀਗੀ ਕਿ ਨਾਮ ਦੇ ਦਾਇਰੇ ਦੇ ਵਿੱਚ ਰਹਿਣਾ, ਕਰਮ ਕਰਨਾ ਅਤੇ ਆਪਣੇ ਘਰ ਨੂੰ ਵਾਪਸ ਜਾਣਾ। ਪਰ ਅਸੀਂ ਆਪਣੇ ਫਰਜ਼ ਜਿਹੜਾ ਆ ਉਹ ਨਿਭਾਇਆ ਨਹੀਂ, ਅਸੀਂ ਨਾਮ ਦੇ ਦਾਇਰੇ ਦੇ ਵਿੱਚ ਨਹੀਂ ਰਹੇ, ਅਤੇ ਸਾਡਾ ਆਵਾਗਾਉਣ ਦਾ ਚੱਕਰ ਜਿਹੜਾ ਬਣ ਗਿਆ, ਜਨਮ ਮਰਨ ਦੇ ਗੇੜ ਦੇ ਵਿੱਚ ਆ ਗਏ। ਹੁਣ ਜਦੋਂ ਗੱਲ ਹੁੰਦੀ ਹੈ ਦ੍ਰਿਸ਼ਟਮਾਨ ਦੇ ਵਿੱਚ ਕਿ ਕਾਇਆਂ ਦੀ ਖੋਜ ਕਰਨੀ, ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ, ਕਿ ਗੁਰਮੁਖ ਜਨ ਕਾਇਆਂ ਦੀ ਖੋਜ ਕਰਦੇ ਆ। ਕਾਲ ਕੀ ਕਰਦਾ, ਆਪਣੇ ਨੁਮਾਇੰਦਿਆਂ ਥਰੂ ਇਸ ਦਾ ਮਖੌਲ ਉਡਾਉਂਦਾ ਆ। ਅਸੀਂ ਫਿਰ ਸੁਚੇਤ ਰਹਿਣਾ ਹੁੰਦਾ ਕਿ ਸਾਨੂੰ ਪਤਾ ਲੱਗੇ ਕਿ ਅਗਲੇ ਦਾ ਮਨ ਸੁੱਤਾ ਹੋਇਆ ਆ, ਤ੍ਰੈਗੁਣਾਂ ਦੀਆਂ ਗੱਲਾਂ ਕਰਦਾ ਕਿ ਚੌਥੇ ਪਦ ਦੀ ਗੱਲ ਕਰ ਰਿਹਾ ਹੈ। ਮਨ ਜਦੋਂ ਸੁੱਤਾ ਹੋਵੇ, ਅੰਦਰੋਂ ਬੋਲਣ ਵਾਲਾ ਜਿਹੜਾ ਆ, ਉਸ ਵੇਲੇ ਕਾਮ ਕ੍ਰੋਧ ਲੋਭ ਹੰਕਾਰ ਹੋਣਗੇ, ਜਾਂ ਜੇ ਉਹ ਵਿਚਾਰ ਕਰਦੇ ਆ, ਕਈ ਵਾਰੀ ਉਹ ਗੁਰਬਾਣੀ ਦੀ ਵੀ ਵਿਚਾਰ ਕਰਦੇ ਆ ਤ੍ਰੈਗੁਣਾਂ ਦੇ ਵਿੱਚ, ਕਿ ਅਗਲੇ ਨੂੰ ਭਰਮ 'ਚ ਪਾਉਣਾ, ਗੁਰਬਾਣੀ ਦਾ ਇਸਤੇਮਾਲ ਉਲਟ ਕਰਦੇ ਆ, ਅਤੇ ਸਮਝ ਲੈਣਾ ਕਿ ਕਾਲ ਅੰਦਰੋਂ ਬੋਲ ਰਿਹਾ। ਜਿਹਨੂੰ ਮਹਾਰਾਜ ਕਹਿੰਦੇ ਨਾਨਕ ਆਖੈ ਰਾਹ ਇਹੋ ਹੈ, ਹੋਰ ਗੱਲਾਂ ਸ਼ੈਤਾਨ, ਕਿ ਜਿਹੜਾ ਰਾਹ ਆ ਮਹਾਰਾਜ ਨੇ ਦੱਸਿਆ ਹੋਇਆ, ਉਹ ਹੈ ਭਗਤੀ ਦਾ ਮਾਰਗ, ਨਾਮ ਦੇ ਨਾਲ ਜੁੜਨਾ, ਨਾਮ ਵਿੱਚ ਸਮਾਉਣਾ ਅਤੇ ਸੱਚ ਨਾਲ ਮਿਲਾਪ ਕਰਨਾ। ਜਿਹੜੀਆਂ ਗੱਲਾਂ ਸਾਨੂੰ ਇਸ ਤੋਂ ਉਲਟ ਲੈ ਕੇ ਜਾਂਦੀਆਂ, ਅਰਥਾਤ ਕਿ ਤ੍ਰੈਗੁਣਾਂ ਤੱਕ ਸੀਮਿਤ ਰੱਖਦੀਆਂ, ਉਹ ਸਮਝਿਆ ਜਾਂਦਾ ਕਿ ਉਹ ਸ਼ੈਤਾਨ ਦੀਆਂ ਗੱਲਾਂ ਆ। ਅਤੇ ਸ਼ੈਤਾਨ ਇੱਕ ਹੋਰ ਨਾਮ ਆ ਕਾਲ ਲਈ। ਕਾਲ ਸ਼ੈਤਾਨ ਇੱਕੋ ਹੀ ਆ। ਕਾਲ ਜਦੋਂ ਬੋਲੂਗਾ ਉਹਨੇ ਹਮੇਸ਼ਾ ਅਗਲੇ ਨੂੰ ਤ੍ਰੈਗੁਣਾਂ ਤੱਕ ਸੀਮਿਤ ਰੱਖਣਾ। ਅਤੇ ਜਿਹੜੇ ਗੁਰਮੁਖ ਜਨ ਸਹਿਜ ਵਿੱਚ ਸਮਾਉਂਦੇ ਨੇ, ਉਹਨਾਂ ਦੇ ਅੰਦਰੋਂ ਸਤਿਪੁਰਖ ਬੋਲਦਾ। ਸਤਿਪੁਰਖ ਜਦੋਂ ਬਚਨ ਕਰਦਾ ਹੈ, ਉਹ ਬਚਨ ਹੁੰਦੇ ਅੰਮ੍ਰਿਤਮਈ। ਉਹ ਭਗਤਾਂ ਦੇ ਬਚਨ ਹੁੰਦੇ ਆ ਜਿਨ੍ਹਾਂ ਨੂੰ ਸੁਣ ਕੇ ਸਾਡੇ ਪਾਪ ਖੰਡਨ ਹੁੰਦੇ ਆ। ਉਹ ਬਚਨ ਐਸੇ ਹਨ ਜਿਸ ਦੁਆਰਾ ਸਾਨੂੰ ਰਸ ਆਉਂਦਾ ਆ, ਮਨ ਸ਼ਾਂਤੀ ਮਿਲਦੀ ਆ,
ਸਾਨੂੰ ਆਪਣਾ ਭੇਦ ਮਿਲਦਾ ਆ ਅਤੇ ਅਸੀਂ ਉਸ ਹਰੀ ਵਾਹਿਗੁਰੂ ਜੀ ਦੇ ਨਜ਼ਦੀਕ ਹੁੰਦੇ ਜਾਂਦੇ ਹਾਂ। ਅਸੀਂ ਉਸ ਦੇ ਨਾਮ ਦੇ ਲਾਗੇ ਹੁੰਦੇ ਹਾਂ। ਨਾਮ ਦਾ ਭੇਦ ਸਾਨੂੰ ਮਿਲਦਾ। ਸੋ ਇੰਨਾ ਸਾਨੂੰ ਸੁਚੇਤ ਹੋਣਾ ਚਾਹੀਦਾ, ਕਿਉਂਕਿ ਜੇਕਰ ਅਸੀਂ ਸਮਝਦੇ ਨਹੀਂ ਕਿ ਅਸੀਂ ਅੰਦਰਲੀ ਖੋਜ ਕਰਨੀ ਹੈ ਤਾਂ ਮਹਾਰਾਜ ਨੇ ਕਿਹਾ ਕਿ ਫਿਰ ਅਸੀਂ ਬਾਹਰ ਭਾਲਾਂਗੇ ਨਾ, ਫਿਰ ਸਾਨੂੰ ਮਨਮੁਖ ਦਾ ਖਿਤਾਬ ਦਿੱਤਾ ਹੋਇਆ, ਮਨਮੁਖ ਕਿਹਾ ਹੋਇਆ ਗੁਰਬਾਣੀ 'ਚ। ਮਹਾਰਾਜ ਕਹਿੰਦੇ ਕਾਇਆ ਅੰਦਰ ਆਪੇ ਵਸੈ, ਅਲਖ ਨ ਲਖਿਆ ਜਾਏ, ਮਨਮੁਖ ਮੁਗਧ ਬੂਝੈ ਨਾਹੀ, ਬਾਹਰ ਭਾਲਣ ਜਾਏ। ਮਹਾਰਾਜ ਕਹਿੰਦੇ ਕਿ ਉਹ ਪ੍ਰਭੂ ਆਪ ਇਸ ਸਰੀਰ ਵਿੱਚ ਵਸਦਾ, ਕਾਇਆ ਦੇ ਅੰਦਰ, ਕਾਇਆ ਅੰਦਰ ਆਪੇ ਵਸੈ, ਅਲਖ ਨ ਲਖਿਆ ਜਾਏ। ਉਹ ਅਨਹਦ ਆ, ਅਦ੍ਰਿਸ਼ਟ ਆ, ਉਹ ਹੈ ਸਾਡੇ ਸਰੀਰ ਦੇ ਵਿੱਚ। ਪਰ ਜਿਹੜਾ ਮਨਮੁਖ ਆ ਉਹ ਮਹਾਂਮੂਰਖ ਹੁੰਦਾ ਆ, ਮੂਰਖ ਹੁੰਦਾ ਆ, ਉਹ ਬਾਹਰ ਭਾਲਣ ਜਾਂਦਾ। ਮਨਮੁਖ ਮੁਗਧ ਬੂਝੈ ਨਾਹੀ, ਬਾਹਰ ਭਾਲਣ ਜਾਏ। ਜੇਕਰ ਕਦੇ ਗੱਲ ਹੋਵੇ ਕਿ ਅੰਦਰਲੀ ਖੋਜ ਕਰਨੀ, ਨਾਮ ਸਿਮਰਨ, ਮੈਡੀਟੇਸ਼ਨ, ਅਤੇ ਜਿਹੜੇ ਕਾਲ ਆ ਉਹਨੇ ਹਮੇਸ਼ਾ ਕਹਿਣਾ ਹੈ ਕਿ ਇਹ ਜੀ ਜੋਗ ਮੱਤ ਆ, ਇਹ ਜੋਗੀ ਕਰਦੇ ਸਨ। ਪਰ ਜੋਗੀ ਜਿਹੜੇ ਸੀ ਉਹ ਜੋ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ, ਉਹ ਜੋਗੀ ਜਿਹੜੇ ਪੁਰਾਤਨ ਸਨ ਜਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨਹੀਂ ਕੀਤੇ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਦਰਸ਼ਨ ਨਹੀਂ ਕੀਤੇ, ਉਹ ਜੋਗੀ ਜਿਹੜੇ ਸੀ ਉਹ ਇਹ ਗੱਲਾਂ ਨਹੀਂ ਕਰਦੇ ਸੀ। ਉਹ ਦ੍ਰਿਸ਼ਟਮਾਨ ਤੱਕ, ਸਾਜ਼ ਵਜਾਉਣ ਤੱਕ ਸੀਮਿਤ ਆ, ਜੋ ਅੱਜ ਵੀ ਵਿਚਰਦੇ ਆ ਸੰਸਾਰ ਵਿੱਚ, ਅਤੇ ਉਹਨਾਂ ਨੂੰ ਗੁਰਮਤਿ ਦਾ ਗਿਆਨ ਨਹੀਂ ਹੈ। ਯੋਗ ਦਾ ਅਰਥ ਅਸਲ ਵਿੱਚ ਹੁੰਦਾ ਜੁੜਨਾ। ਅਸੀਂ ਯੋਗ ਪ੍ਰਾਪਤ ਕਰਨਾ ਪ੍ਰਮਾਤਮਾ ਦੇ ਨਾਲ, ਅਸੀਂ ਪ੍ਰਮਾਤਮਾ ਨਾਲ ਜੁੜਨਾ ਹੈ। ਗੁਰੂ ਨਾਨਕ ਦੇਵ ਜੀ ਜਦੋਂ ਜੋਗੀਆਂ ਕੋਲ ਗਏ, ਜੋਗੀ ਸਿਰਫ ਸੁਣਨ ਤੱਕ ਸੀਮਿਤ ਸਨ, ਸੁਣਨ ਤੋਂ ਵੱਧ ਨਹੀਂ ਜਾਂਦੇ ਸੀ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਿੱਖਿਆ ਦੇ ਕੇ ਗਾਂਹ ਤੋਰਿਆ ਕਿ ਤੁਸੀਂ ਇਸ ਤੋਂ ਕਿਵੇਂ ਗਾਂਹ ਲੰਘ ਸਕਦੇ ਆ। ਤਾਂ ਹੀ ਉਹਨਾਂ ਨੂੰ ਕਿਹਾ ਕਿ ਵਾਜੇ ਬਾਜੋਂ ਸਿੰਘੀ ਵਾਜੈ ਤੋ ਨਿਰਭਉ ਪਦ ਪਾਈਐ, ਕਿ ਵਾਜੇ ਤੋਂ ਬਗੈਰ ਤੁਸੀਂ ਉਹ ਸਿੰਘੀ ਵਜਾਓ, ਜਿਹੜੀ ਅੰਤਰਗਤ ਅਨਹਦ ਕਿੰਗਰੀ ਜਿਹਨੂੰ ਕਿਹਾ ਹੋਇਆ ਗੁਰਬਾਣੀ ਦੇ ਵਿੱਚ, ਉਹ ਵੱਜਦੀ ਹੈ ਲਗਾਤਾਰ ਬਿਨਾਂ ਵਜਾਏ ਹੋਏ, ਉਸ ਦੇ ਨਾਲ ਜੁੜੋ। ਫਿਰ ਜਿਹੜੇ ਸਿੱਧ ਸਨ ਉਹ ਅਨਹਦ ਸ਼ਬਦਾਂ ਤੱਕ ਸੀਮਿਤ ਸਨ। ਗੁਰੂ ਸਾਹਿਬ ਨੇ ਉਹਨਾਂ ਨੂੰ ਜਾ ਕੇ ਵੀ ਸਮਝਾਇਆ ਕਿ ਤੁਸੀਂ ਹੁਣ ਅਨਹਦ ਸ਼ਬਦਾਂ ਤੋਂ ਵੀ ਉੱਪਰ ਉੱਠੋ, ਉਸ ਇਲਾਕੇ ਵਿੱਚ ਜਾਓ ਜੋ ਉਨਮਨ ਆ, ਇਸ ਦੇਵਲੋਕ ਤੋਂ ਉੱਪਰ ਆ, ਨਾਦ ਨਾਲ ਜੁੜੋ, ਜਿਹਨੂੰ ਮਹਾਰਾਜ ਕਹਿੰਦੇ ਆ ਅਨਹਦ ਬਾਣੀ ਨਾਦ ਵਜਾਇਆ। ਗੁਰੂ ਸਾਹਿਬ ਨੇ ਉਹਨਾਂ ਸਿੱਧਾਂ ਨੂੰ ਵੀ ਗਾਂਹ ਪਹੁੰਚਾਇਆ। ਪਿੱਛੇ ਰਹਿ ਕਿਹੜੇ ਗਏ? ਜਿਹੜੇ ਬਿਲਕੁਲ ਅਭਿਆਸ ਕਰਦੇ ਹੀ ਨਹੀਂ, ਨਾਮ ਤੋਂ ਉਲਟਿਆ, ਮੈਡੀਟੇਸ਼ਨ ਸਿਮਰਨ ਅਭਿਆਸ ਜਿਹੜਾ ਆ ਗੁਰਮਤਿ ਦਾ, ਉਹਦੀ ਗੱਲ ਹੀ ਨਹੀਂ ਕਰਦੇ, ਉਹਨੂੰ ਖੰਡਨ ਕਰਦੇ ਰਹਿੰਦੇ ਆ, ਉਹ ਪਿੱਛੇ ਰਹਿ ਗਏ। ਇਹ ਨਾ ਹੋਵੇ ਕਿ ਅਸੀਂ ਉਹਨਾਂ ਵਿੱਚੋਂ ਹੋਈਏ, ਕਿਉਂਕਿ ਗੁਰੂ ਸਾਹਿਬ ਦੀ ਸਿੱਖਿਆ ਅਸੀਂ ਲੈਣੀ ਹੈ। ਅਸੀਂ ਗੁਰੂ ਸਾਹਿਬ ਦੇ ਮੁਤਾਬਕ ਚੱਲ ਕੇ ਅਸੀਂ ਸੱਚ ਨਾਲ ਮਿਲਾਪ ਕਰਨਾ ਆ, ਕਿ ਮੁੜ ਕੇ ਸਾਨੂੰ ਆਉਣਾ ਨਾ ਪਵੇ। ਸੋ ਜਦੋਂ ਇਸ ਕਾਲ ਦੇ ਦੇਸ਼ ਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਜੋਗਮਤ, ਇਹ ਜੋਗਮਤ ਨਹੀਂ, ਇਹ ਗੁਰਮਤ ਆ। ਇਹ ਗੁਰਮਤ ਸ਼ੁਰੂ ਹੀ ਹੁੰਦੀ ਆ ਅਨਹਦ ਸ਼ਬਦਾਂ ਤੋਂ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਜਿਹੜੇ 5 ਸ਼ਬਦ ਆ, ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ, ਕਿ 5 ਸ਼ਬਦ ਜਿਹੜੇ ਆ ਉਹ ਜਦੋਂ ਚੱਲਦੇ ਆ ਉੱਥੋਂ ਗੁਰਮਤਿ ਸ਼ੁਰੂ ਹੁੰਦੀ ਹੈ, ਅਤੇ ਜਿਨ੍ਹਾਂ ਦੇ ਅੰਦਰ ਉਹ ਚੱਲਦੇ ਨੇ ਅਨਹਦ ਸ਼ਬਦ, ਉਹ ਵੱਡੇ ਭਾਗਾਂ ਵਾਲੇ ਨੇ। ਇਸ ਤਰੀਕੇ ਦੇ ਨਾਲ ਮਹਾਰਾਜ ਨੇ ਫਿਰ ਸਾਨੂੰ ਸਮਝਾ ਦਿੱਤਾ ਕਿ ਅਸੀਂ ਸਤਿਗੁਰ ਦੇ ਦੱਸੇ ਹੋਏ ਮਾਰਗ ਅਨੁਸਾਰ ਚੱਲਣਾ। ਇੱਦਾਂ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਦਿੱਤੀ, ਸਤਿਗੁਰੂ ਦਾ ਖਿਤਾਬ ਦਿੱਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜੋ ਸਾਡੇ ਆਤਮ ਮੰਡਲ ਦੇ ਮੁਖੀ ਆ, ਸਦੀਵੀ ਸਾਡੀ ਅਗਵਾਈ ਕਰ ਰਹੇ ਆ ਅਤੇ ਕਰਦੇ ਰਹਿਣਗੇ ਮਹਾਰਾਜ। ਅਤੇ ਸਿੱਖਾਂ 'ਤੇ ਹੁਣ ਮਨਹਸਰ ਆ, ਜੇਕਰ ਅਸੀਂ ਅੰਦਰਲੀ ਖੋਜ ਨਹੀਂ ਕਰਦੇ, ਅਸੀਂ ਇਸ ਮਾਰਗ 'ਤੇ ਨਹੀਂ ਚੱਲਦੇ, ਤਾਂ ਮਹਾਰਾਜ ਨੇ ਤਾਂ ਦੱਸ ਦਿੱਤਾ ਗੁਰਬਾਣੀ ਵਿੱਚ, ਫਿਰ ਤਾਂ ਅਸੀਂ ਮਨਮੁਖ ਹੋਏ, ਅਸੀਂ ਗੁਰੂ ਸਾਹਿਬ ਦੀ ਗੱਲ ਨਹੀਂ ਮੰਨ ਰਹੇ। ਫਿਰ ਮਹਾਰਾਜ ਇੱਥੇ ਤੱਕ ਕਹਿੰਦੇ ਆ, ਕਹਿੰਦੇ ਅੰਤਰ ਵਸਤ ਮੂੜਾ ਬਾਹਰ ਭਾਲੇ, ਕਹਿੰਦੇ ਅੰਦਰ ਵਸਤੂ ਆ, ਤੂੰ ਮੂਰਖ ਬਾਹਰ ਭਾਲਦਾ ਆ, ਮਨਮੁਖ ਅੰਧੇ ਫਿਰੇ ਬੇਤਾਲੇ। ਉਹ ਕਹਿੰਦੇ ਕਿ ਤੂੰ ਕਮਲਾ ਆ,
ਐਸੇ ਮਨਮੁਖ ਨੂੰ ਕਿਹਾ ਹੋਇਆ, ਜਿੱਥੇ ਵਤ ਹੋਵੇ ਤਿੱਥੋਂ ਕੋਈ ਨਾ ਪਾਵੈ, ਮਨਮੁਖ ਭਰਮ ਭੁਲਾਵਣਿਆ। ਫਿਰ ਮਹਾਰਾਜ ਦੱਸਦੇ ਨੇ, ਕਹਿੰਦੇ ਕਿ ਜਿੱਥੇ ਵਸਤੂ ਰੱਖੀ ਹੋਈ ਹੈ ਨਾਮ, ਉੱਥੇ ਜਾਂਦਾ ਨਹੀਂ, ਉੱਥੇ ਜਾ ਕੇ ਉਸ ਨੂੰ ਪਾਉਂਦਾ ਨਹੀਂ। ਫਿਰ ਮਨਮੁਖ ਜਿਹੜਾ ਆ ਭਰਮ ਵਿੱਚ ਆ, ਭੁੱਲਿਆ ਹੋਇਆ ਹੈ। ਫਿਰ ਕਹਿੰਦੇ ਬਾਹਰ ਭਾਲੇ ਸੋ ਕਿਆ ਲਹੈ, ਵਤ ਘਰੈ ਅੰਦਰ ਭਾਈ। ਕਹਿੰਦੇ ਕਿ ਜੇ ਬਾਹਰ ਭਾਲੂੰਗਾ ਤਾਂ ਕੀ ਮਿਲ ਜਾਊਗਾ, ਉਹ ਤਾਂ ਘਰ ਦੇ ਵਿੱਚ ਅਰਥਾਤ ਕਿ ਸਾਡੇ ਸਰੀਰ ਦੇ ਵਿੱਚ ਆ ਉਹ ਵਸਤੂ। ਭਰਮੇ ਭੂਲਾ ਸਭ ਜਗ ਫਿਰੈ, ਮਨਮੁਖ ਪਤ ਗਵਾਏ। ਕਹਿੰਦੇ ਕਿ ਜਿਹੜਾ ਮਨਮੁਖ ਹੈ ਨਾ, ਉਹਦੀ ਇੱਜ਼ਤ ਨਹੀਂ ਰਹਿੰਦੀ। ਦਰਗਾਹ ਦੇ ਵਿੱਚ ਉਹਨੂੰ ਜੰਮ ਕੁੱਟਦੇ ਨੇ। ਅਤੇ ਕਹਿੰਦੇ ਕਿ ਇਹ ਭਰਮ ਦੇ ਵਿੱਚ ਭੁੱਲਾ ਹੋਇਆ ਫਿਰਦਾ ਸਾਰੇ ਜਗਤ ਵਿੱਚ ਜਿਹੜਾ ਮਨਮੁਖ ਆ, ਬਾਹਰ ਭਾਲੀ ਜਾਂਦਾ। ਫਿਰ ਕਹਿੰਦੇ ਕਾਹੇ ਰੇ ਬਨ ਖੋਜਨ ਜਾਏ, ਕਿ ਵਨਾਂ ਨੂੰ ਕਿਉਂ ਖੋਜਦਾ ਆ। ਸਰਬ ਨਿਵਾਸੀ ਸਦਾ ਲੇਪਾ ਤੋ ਹੀ ਸੰਗ ਸਮਾਈ। ਕਿ ਉਹ ਪਰਮਾਤਮਾ ਉਹ ਤੇਰੇ ਵਿੱਚ ਹੀ ਆ, ਤੇਰੇ ਅੰਦਰ ਸਮਾਇਆ ਹੋਇਆ ਹੈ। ਰਹਾਓ ਪਹੁਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਹੀ। ਜਿੱਦਾਂ ਫੁੱਲ ਹੁੰਦਾ, ਫੁੱਲ ਦੀ ਸੁਗੰਧੀ ਹੁੰਦੀ ਆ। ਜਿਵੇਂ ਇੱਕ ਸ਼ੀਸ਼ਾ ਹੁੰਦਾ, ਉਹਦੇ ਵਿੱਚ ਸਾਨੂੰ ਆਪਣੀ ਰਿਫਲੈਕਸ਼ਨ ਦਿਸਦੀ ਆ। ਇੱਦਾਂ ਹੀ ਮਹਾਰਾਜ ਦੱਸਦੇ ਨੇ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਇੱਦਾਂ ਹੀ ਪ੍ਰਮਾਤਮਾ ਸਾਡੇ ਅੰਦਰ ਵਸਦਾ ਹੈ, ਅਤੇ ਇਹਨੂੰ ਅੰਦਰੋਂ ਸਰੀਰ ਨੂੰ ਖੋਜੋ। ਫਿਰ ਜਦੋਂ ਅਸੀਂ ਸਿੱਖਿਆ ਲੈ ਲੈਂਦੇ ਹਾਂ ਮਹਾਰਾਜ ਦੀ, ਫਿਰ ਕਹਿੰਦੇ ਬਾਹਰ ਢੂਡਨ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਅਨੁਭਵ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਤਹੂ ਜਾਇਆ ਥਾ। ਕਿ ਬਾਹਰ ਅਸੀਂ ਲੱਭਣੋਂ ਛੱਡ ਦਿੱਤਾ। ਜਦੋਂ ਗੁਰੂ ਦੀ ਮੱਤ ਲੈ ਲਈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨ ਲਈ, ਅਸੀਂ ਬਾਹਰ ਅਸੀਂ ਲੱਭਣੋਂ ਹਟ ਗਏ। ਗੁਰੂ ਸਾਹਿਬ ਨੇ ਸਾਨੂੰ ਫਿਰ ਉਹ ਵਸਤੂ ਨਾਮ, ਉਸ ਦੀ ਪ੍ਰਾਪਤੀ ਘਰ ਦੇ ਵਿੱਚ ਹੀ ਕਰਾ ਦਿੱਤੀ, ਇਸ ਸਰੀਰ ਵਿੱਚ। ਅਤੇ ਉਸ ਪ੍ਰਮਾਤਮਾ ਨਾਲ ਅੰਤਰਗਤ ਹੀ ਮਿਲਾਪ ਕਰਾ ਦਿੱਤਾ। ਅਨੁਭਵ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਤਹੂ ਜਾਇਆ ਥਾ। ਕਿ ਫਿਰ ਹੁਣ ਸਾਡਾ ਮਨ ਜਿਹੜਾ ਆ, ਉਸ ਨੂੰ ਛੱਡ ਕੇ ਨਹੀਂ ਜਾਂਦਾ। ਇਸ ਤਰੀਕੇ ਦੇ ਨਾਲ ਜੇ ਅਸੀਂ ਗੁਰਬਾਣੀ ਦੀ ਗੱਲ ਮੰਨੀਏ, ਫਿਰ ਤਾਂ ਸਾਡਾ ਮਨ ਸੱਚ ਨਾਲ, ਪ੍ਰਮਾਤਮਾ ਨਾਲ ਮਿਲਾਪ ਕਰ ਲੈਂਦਾ। ਪਰ ਮਹਾਰਾਜ ਨੇ ਫਿਰ ਦੱਸਿਆ ਹੋਇਆ ਕਿ ਜੇਕਰ ਅਸੀਂ ਮਹਾਰਾਜ ਦੀ ਗੱਲ ਮੰਨਣੀ ਨਹੀਂ ਨਾ, ਫਿਰ ਸਤਿਗੁਰੂ ਤਾਂ ਹਮੇਸ਼ਾ ਹੀ ਸੱਚੇ ਆ। ਫਿਰ ਸਾਡੀ ਹਾਲਤ ਐਸੀ ਆ ਕਿ ਜਿਵੇਂ ਬਾਂਸ ਦੇ ਵਿੱਚ ਫੂਕ ਮਾਰੀਏ ਅਤੇ ਉਹ ਦੂਜੇ ਪਾਸੇ ਦੀ ਲੰਘ ਜਾਂਦੀ ਹੈ। ਇੱਦਾਂ ਹੀ ਸਾਡੇ ਮਨ ਦੀ ਹਾਲਤ ਆ ਕਿ ਉਪਦੇਸ਼ ਸਾਨੂੰ ਮਿਲਦਾ ਜ਼ਰੂਰ ਆ, ਪਰ ਅਸੀਂ ਉਹਨੂੰ ਛੱਡ ਦਿੰਦੇ ਹਾਂ। ਤਾਂ ਭਗਤ ਕਬੀਰ ਜੀ ਨੇ ਕਿਹਾ ਹੈ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ, ਜੋ ਬਾਂਸ ਬਜਾਈਐ ਫੂਕ। ਅਸੀਂ ਫਿਰ ਉਸ ਬਾਂਸ ਦੀ ਨਿਆਈ ਹਾਂ। ਉਪਦੇਸ਼ ਦਿੱਤਾ ਜਾਂਦਾ ਹੈ, ਇੱਕ ਕੰਨ 'ਚ ਆਇਆ, ਅਸੀਂ ਅੰਦਰੋਂ ਪਕੜਿਆ ਨਹੀਂ, ਛੱਡ ਦਿੱਤਾ, ਅਤੇ ਫਿਰ ਸਾਡੀ ਕਲਿਆਣ ਨਹੀਂ ਹੋ ਸਕਦੀ। ਦਰਗਾਹ ਦੇ ਵਿੱਚ ਉਹਨੇ ਹੀ ਜਾਣਾ ਜਿਹਨੇ ਮਹਾਰਾਜ ਦੀ ਗੱਲ ਮੰਨਣੀ ਆ। ਉਹੀ ਸਤਿਗੁਰ, ਜਿਵੇਂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦ੍ਰਿਸ਼ਟਮਾਨ ਰੂਪ ਦੇ ਵਿੱਚ ਪ੍ਰਗਟ ਆ, ਉਹੀ ਹਮੇਸ਼ਾ ਹੀ ਸਾਡੇ ਨਾਲ ਆ ਪ੍ਰਕਾਸ਼ ਰੂਪ ਦੇ ਵਿੱਚ। ਉਹਨਾਂ ਨੇ ਹੀ ਸਾਨੂੰ ਨਾਮ ਬਖਸ਼ਣਾ ਹੈ ਪ੍ਰਕਾਸ਼ ਰੂਪ ਦੇ ਵਿੱਚੋਂ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੈ, ਗਤ ਮਤ ਤਦ ਹੀ ਪਾਏ। ਕਿ ਜੇਕਰ ਅਸੀਂ ਸਤਿਗੁਰੂ ਦੀ ਸੇਵਾ ਕਰਾਂਗੇ ਅਤੇ ਸਾਨੂੰ ਸਹਿਜ ਧੁਨ ਦੀ ਪ੍ਰਾਪਤੀ, ਨਾਮ ਦੀ ਪ੍ਰਾਪਤੀ ਹੋਊਗੀ, ਫਿਰ ਸਾਡੀ ਜਿਹੜੀ ਗਤੀ ਆ ਹੋਊਗੀ। ਜੇਕਰ ਅਸੀਂ ਫਿਰ ਅਭਿਆਸ ਕਰਾਂਗੇ, ਮਹਾਰਾਜ ਦੇ ਹੁਕਮ ਮੁਤਾਬਕ ਚੱਲਾਂਗੇ, ਅਤੇ ਸਾਨੂੰ ਐਸੀ ਪ੍ਰਾਪਤੀ ਹੁੰਦੀ ਆ। ਉਹ ਫਿਰ ਸਤਿਗੁਰ ਸਾਨੂੰ ਹਰੇਕ ਜਗ੍ਹਾ ਦਿਸਦਾ ਆ ਪ੍ਰਕਾਸ਼ ਰੂਪ ਦੇ ਵਿੱਚ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਉਹ ਹਰੇਕ ਜਗ੍ਹਾ ਬਚਾ ਕਰ ਰਿਹਾ ਆ,
ਉਹਨੂੰ ਅੰਗ ਸੰਗ ਅਸੀਂ ਜਾਣਦੇ ਹਾਂ। ਅਤੇ ਸਤਿਗੁਰ ਹਮੇਸ਼ਾ ਹੀ ਜਾਗਦੇ ਆ। ਬਾਕੀ ਸੰਸਾਰ ਜਿਹੜਾ ਹੈ ਉਹਨਾਂ ਨਾਲ ਜੁੜਿਆ ਨਹੀਂ, ਮਨਮੁਖ ਆ, ਉਹ ਸਾਰੇ ਸੁੱਤੇ ਆ। ਮਹਾਰਾਜ ਕਹਿੰਦੇ ਏਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹ ਪਿਆਸ, ਕਿ ਮੋਹ ਦੇ ਪਿਆਸ ਦੇ ਵਿੱਚ ਸਾਰਾ ਜਗਤ ਸੁੱਤਾ ਹੋਇਆ। ਅਤੇ ਜਿਹੜੇ ਸਤਿਗੁਰ ਦੀ ਸੇਵਾ ਕਰਦੇ ਆ ਨਾ, ਸਤਿਗੁਰ ਸੇਵਨ ਜਗਨ ਸੇ, ਜੋ ਰਤੇ ਸੱਚ ਨਾਮ ਗੁਣਤਾਸ। ਜਿਹੜੇ ਗੁਰਮੁਖ ਜਾਣੇ ਆ ਉਹ ਵੀ ਜਾਗਦੇ ਆ, ਉਹ ਸਤਿਗੁਰ ਦੀ ਸੇਵਾ ਕਰਦੇ ਆ। ਉਸ ਪ੍ਰਕਾਸ਼ ਰੂਪ ਸਤਿਗੁਰ ਦੀ ਫਿਰ ਸੇਵਾ ਕਿਵੇਂ ਹੁੰਦੀ ਆ? ਮਹਾਰਾਜ ਕਹਿੰਦੇ ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਸਾਵੇ, ਨਦਰੀ ਮਨ ਨਿਰਮਲ ਹੋਏ। ਜੇਕਰ ਅਸੀਂ ਫਿਰ ਸਤਿਗੁਰੂ ਦੇ ਦੱਸੇ ਹੋਏ ਮਾਰਗ ਅਨੁਸਾਰ ਚੱਲਦੇ ਹਾਂ ਜੀਵਨ ਵਿੱਚ, ਫਿਰ ਅਸੀਂ ਉਸ ਸਤਿਗੁਰ ਦੇ ਸਨਮੁਖ ਹੋ ਜਾਂਦੇ ਹਾਂ, ਅੰਤਰਗਤ ਪ੍ਰਕਾਸ਼ ਰੂਪ ਦੇ ਸਨਮੁਖ ਹੋ ਕੇ ਫਿਰ ਜਦੋਂ ਅਸੀਂ ਸੇਵਾ ਕਰਦੇ ਹਾਂ, ਫਿਰ ਸਾਨੂੰ ਨਾਮ ਜਿਹੜਾ ਆ ਉਸ ਦੀ ਵੀ ਮਿਲ ਜਾਂਦਾ। ਅਸੀਂ ਨਾਮ ਦੇ ਵਿੱਚ ਹਮੇਸ਼ਾ ਲਈ ਲੀਨ ਹੋ ਕੇ ਉਸ ਸਤਿਗੁਰ ਦੇ ਵਿੱਚ ਹੀ ਸਾਡੀ ਜੋਤ ਜਿਹੜੀ ਹੈ ਮਿਲ ਜਾਂਦੀ ਹੈ, ਜਦੋਂ ਅਸੀਂ ਉਹਨਾਂ ਨੂੰ ਵੇਖ ਵੇਖ ਕੇ ਉਹਨਾਂ ਦੀ ਸੇਵਾ ਕਰਦੇ ਹਾਂ। ਅਰਥਾਤ ਕਿ ਸਾਡਾ ਜਿਹੜਾ ਕਲਿਆਣ ਹੁੰਦੀ ਹੈ, ਸਾਨੂੰ ਅਮਰ ਪਦਵੀ ਜਿਹੜੀ ਆ ਪ੍ਰਾਪਤ ਹੋ ਜਾਂਦੀ ਹੈ। ਪਰ ਜੇਕਰ ਅਸੀਂ ਬਾਹਰ ਖੋਜ ਕਰਦੇ ਹਾਂ ਦ੍ਰਿਸ਼ਟਮਾਨ ਦੀ, ਕਾਲ ਦੇ ਦਾਇਰੇ ਦੇ ਵਿੱਚ ਹੀ ਰਹਿੰਦੇ ਹਾਂ। ਹੁਣ ਜਿੰਨੇ ਉਹ ਗੁਰਮੁਖ ਸਨ ਜਿਨ੍ਹਾਂ ਨੇ ਐਸੇ ਤਰੀਕੇ ਨਾਲ ਸੁਨ ਮੰਡਲ ਵਿੱਚ ਖੋਜ ਕੀਤੀ, ਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਦੇ ਜੰਗਲ ਵਿੱਚ ਸੁਨ ਮੰਡਲ 'ਚੋਂ ਦੇਖ ਲਿਆ, ਉਹ ਜਿਹੜੇ ਗੁਰਮੁਖ ਸਨ ਉਹ ਸਾਡੇ ਵਰਗੇ ਨਹੀਂ ਸੀ। ਅਸੀਂ ਕੀ ਕਰਦੇ ਹਾਂ? ਅਸੀਂ ਇੰਨਾ ਟੈਕਨੋਲੋਜੀ ਨਾਲ ਜੁੜ ਗਏ ਹਾਂ ਕਿ ਅੰਦਰਲੀ ਖੋਜ ਅਸੀਂ ਛੱਡੀ ਹੋਈ ਹੈ। ਅਸੀਂ ਦਿਨ ਤੋਂ ਲੈ ਕੇ ਰਾਤ ਤਾਈਂ ਬਾਹਰਲੀਆਂ ਦ੍ਰਿਸ਼ਟਮਾਨ ਦੀਆਂ ਖਬਰਾਂ ਹੀ ਸੁਣਦੇ ਰਹਿੰਦੇ ਹਾਂ, ਨਿਊਜ਼ ਇਕੱਤਰ ਕਰਦੇ ਰਹਿੰਦੇ ਹਾਂ, ਉਹ ਵੀ ਜੋ ਸਾਡੇ ਲਈ ਫਾਇਦੇਮੰਦ ਨਹੀਂ ਹੁੰਦੀ। ਸੰਸਾਰ ਦੀ ਚੁਗਲੀ ਨਿੰਦਿਆ ਉਹ ਸੁਣਦੇ ਹਾਂ, ਅਤੇ ਫਿਰ ਕਹਿੰਦੇ ਬਾਅਦ 'ਚ ਕਹਿੰਦੇ ਸਾਡਾ ਮਨ ਟਿਕਦਾ ਨਹੀਂ। ਟਿਕੂਗਾ ਕਿਵੇਂ? ਅਸੀਂ ਗਲਤ ਵਿਧੀ ਦਾ ਇਸਤੇਮਾਲ ਕਰ ਰਹੇ ਹਾਂ। ਅੰਦਰਲੀ ਤਾਂ ਖੋਜ ਕੀਤੀ ਨਹੀਂ, ਸਾਡੀ ਜ਼ਿਆਦਾ ਰੁਚੀ ਹੈਗੀ ਬਾਹਰ ਦ੍ਰਿਸ਼ਟਮਾਨ ਤੱਕ। ਪੁਰਾਤਨ ਜਿਹੜੇ ਗੁਰਮੁਖ ਸਨ, ਜਿਨ੍ਹਾਂ ਵਰਗਾ ਜੀਵਨ ਅਸੀਂ ਚਾਹੁੰਦੇ ਹਾਂ, ਜਿਨ੍ਹਾਂ ਵਰਗੀ ਅਵਸਥਾ ਅਸੀਂ ਚਾਹੁੰਦੇ ਹਾਂ, ਉਹ ਅੰਦਰਲੀ ਖੋਜ ਕਰਦੇ ਸਨ। ਟੈਕਨੋਲੋਜੀ ਠੀਕ ਹੈ ਕਿ ਅਸੀਂ ਇਸਤੇਮਾਲ ਅੱਜ ਦੇ ਦਿਨ ਵਿੱਚ ਕਰਦੇ ਹਾਂ, ਪਰ ਇੰਨਾ ਨਾ ਇਹਦੇ ਵਿੱਚ ਖਚਤ ਹੋਈਏ ਟੈਕਨੋਲੋਜੀ ਦੇ ਵਿੱਚ ਕਿ ਸਾਡਾ ਜਿਹੜਾ ਮਨ ਦੀ ਸ਼ਾਂਤੀ ਅਸੀਂ ਭੰਗ ਕਰ ਲਈਏ। ਅੰਦਰਲੀ ਖੋਜ ਸਾਨੂੰ ਜ਼ਿਆਦਾ ਕਰਨੀ ਚਾਹੀਦੀ ਹੈ, ਕਿਉਂਕਿ ਜਿੰਨਾ ਜ਼ਿਆਦਾ ਡਿਸਟਰੈਕਸ਼ਨ ਬਾਹਰ ਆ, ਉਨੀ ਖੋਜ ਸਾਨੂੰ ਜ਼ਿਆਦਾ ਲੋੜ ਪੈਂਦੀ ਹੈ, ਕਿਉਂਕਿ ਮਨ ਨੂੰ ਟਿਕਾਓ ਓਨਾ ਹੋਰ ਜ਼ਿਆਦਾ ਚਾਹੀਦਾ ਹੈ। ਸੋ ਮਹਾਰਾਜ ਸਾਡੇ ਸਾਰਿਆਂ 'ਤੇ ਕਿਰਪਾ ਕਰਨ ਕਿ ਅਸੀਂ ਵੀ ਅੰਦਰਲੀ ਖੋਜ ਕਰੀਏ। ਇਹ ਨਾ ਹੋਵੇ ਕਿ ਅਸੀਂ ਗੂਗਲ 'ਤੇ ਚੜ੍ਹ ਕੇ, ਇੰਟਰਨੈੱਟ 'ਤੇ ਚੜ੍ਹ ਕੇ ਬਾਹਰਲੀ ਖੋਜ ਕਰੀ ਜਾਂਦੇ ਹਾਂ, ਅਤੇ ਫਿਰ ਉਹ ਕਾਲ ਦੇ ਦੇਸ਼ ਦੇ ਵਿੱਚ ਤਾਂ ਝੂਠ ਵੀ ਮਿਕਸ ਹੋਇਆ ਹੈ। ਬਾਹਰੋਂ ਅਸੀਂ ਭਾਲ ਕੇ ਪਰਮਾਤਮਾ ਨੂੰ ਨਹੀਂ ਲੱਭ ਸਕਦੇ, ਕਿਉਂਕਿ ਇਹ ਜਿਹੜੀ ਮਾਇਆ ਹੈ ਨਾ, ਬੜੀ ਵਿਸਤਾਰ ਨਾਲ ਮਹਾਰਾਜ ਨੇ ਬਣਾਈ ਹੋਈ ਹੈ। ਜੇ ਅਸੀਂ ਲੱਭਣਾ ਚਾਹੁੰਦੇ ਹਾਂ ਨਾ, ਅੰਦਰਲੀ ਖੋਜ ਕਰੀਏ, ਅੰਦਰ ਅਸੀਂ ਵੇਖੀਏ। ਅਤੇ ਜਿਹੜੇ ਗੁਰਮੁਖ ਜਾਣੇ ਆ, ਜਿਨ੍ਹਾਂ ਨੂੰ ਭੇਦ ਆ, ਉਹਨਾਂ ਨੂੰ ਵਿਧੀ ਵੀ ਹੁੰਦੀ ਆ ਕਿ ਉਹ ਬਾਹਰ ਵੀ ਵੇਖ ਲੈਂਦੇ ਆ, ਫਿਰ ਉਹਨਾਂ ਨੂੰ ਪਤਾ ਕਿ ਇਹਨੂੰ ਅੰਦਰ ਵਸਾ ਕੇ ਅੰਦਰ ਵੀ ਵੇਖਣਾ। ਇੰਨੀਆਂ ਅੱਜ ਬੇਨਤੀਆਂ ਸਨ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।